स्वागत। देश दुनिया ਦੇ ਵਿੱਚ ਬੈਠੇ ਹੋਏ ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਨਿੱਘਾ ਸਵਾਗਤ। ਗੱਲਾਂ ਤੇ ਗੀਤ ਵਿੱਚ ਮੈਂ ਹਾਂ ਚਰਨਜੀਤ ਜੋਗੀ। ਗੱਲ ਕਲਾ ਦੀ ਜ਼ਿਕਰ ਕਰੀਏ ਤਾਂ परमात्मा हर किसी ਨੂੰ ਕਲਾ ਦੇ ਕੇ ਨਿਵਾਜਦਾ ਹੈ, ਇਸ ਦੁਨੀਆ ਤੇ ਭੇਜਦਾ ਹੈ। ਬਹੁਤ ਸਾਰੇ ਲੋਕ ਇਸ ਕਲਾ ਨੂੰ ਪਛਾਣ ਕੇ ਆਪਣੇ ਆਪ ਨੂੰ ਕੋਹਿਨੂਰ ਹੀਰੇ ਤੋਂ ਵੀ ਵੱਧ ਵਡਮੁੱਲੇ ਬਣਾ ਲੈਂਦੇ ਨੇ ਤੇ ਕਈ ਲੋਕ ਸਾਰੀ ਉਮਰ ਇਸ ਕਲਾ ਤੋਂ ਅਣਭਿੱਜ ਰਹਿੰਦੇ ਨੇ। ਜਿਵੇਂ ਕਿ ਤੁਸੀਂ ਗੱਲਾਂ ਤੋਂ ਸਾਡੇ ਅੱਜ ਜਾਣੂ ਹੋ ਗਏ ਹੋਵੋਗੇ ਕਿ ਅੱਜ ਅਸੀਂ ਗੱਲਾਂ ਕਲਾ ਦੇ ਨਾਲ ਸੰਬੰਧਿਤ ਕਰਨੀਆਂ ਨੇ। ਜੀ ਹਾਂ, ਅੱਜ ਗੱਲਾਂ ਕਲਾ ਦੇ ਨਾਲ ਸੰਬੰਧਿਤ ਹੋਣਗੀਆਂ। ਇਸ ਕਲਾ ਨੂੰ ਸਿਰਜਣ ਦੇ ਸੰਬੰਧ ਵਿੱਚ ਹੋਣਗੀਆਂ, ਸਿਰਜਣਾਤਮਕ ਕਲਾਵਾਂ ਦੀਆਂ ਗੱਲਾਂ ਹੋਣਗੀਆਂ। और ये गल्लां करन दे वास्ते साडियां गल्लां दे विच हुंगारा भरन दे वास्ते जिस शख्सियत नूं असीं अपने इस प्रोग्राम दे विच बुलाया, वो आप खुद बहुत वधिया चित्रकारी भी करदे ने, आप कविता भी लिखदे ने और आप रेडियो टीवी ते वॉइस ओवर आर्टिस्ट भी ने। बहुत सारियां डॉक्यूमेंटरीज दे विच उन्हां दी आवाज़ तुसीं बाखूबी सुनी होवेगी और उन्हां नूं जदों तुसीं देखोगे ते पछाण भी जाओगे। बहुत सारे अखबारां रसालिਆਂ ਦੇ ਵਿੱਚ उन्हां दे आर्टिकल छपते रहते हैं। अध्यापन के खिते भी उन्होंने बड़बुलियां सेवावां दित्तियां ने। साडे नाल ने मैडम सिंधु राणा जी। सब तो पहले तो साडे इस प्रोग्राम में तुहाडा निੱਘਾ स्वागत। धन्यवाद, बहुत बहुत तुहाडा शुक्रिया जी जोगी जी ते दूरदर्शन का भी मैं शुक्रिया अदा करना चाहांगी जिहड़े अज ते इस प्रोग्राम च तुसीं मैनूं सद्दा दिता, इस च सम्मिलित कीता ते खूब गल्लां बातां होणगीਆਂ जी इस ते। बिल्कुल जी, और क्योंकि साडियां भी गल्लां ही खुराक आ कि गल्लां बातां करिए और चंगियां सुचज्जियां गल्लां होण। ਤੇ ਗੱਲਾਂ ਅੱਜ ਆਪਾਂ ਕਲਾ ਦੇ ਸੰਬੰਧ ਵਿੱਚ ਕਰਨੀਆਂ, ਜਿਸ ਕਲਾ ਨੂੰ ਤੁਸੀਂ ਵੀ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਹੋ। ਔਰ ਜੇਕਰ ਅਸੀਂ ਸਿਰਜਣਾਤਮਕ ਕਲਾਵਾਂ ਦੀ ਗੱਲ ਕਰਦੇ ਹਾਂ, ਕ੍ਰੀਏਟਿਵ ਆਰਟਸ ਜਿਹਨੂੰ ਆਪਾਂ ਕਹਿੰਦੇ ਆ, ਇਸ ਤੋਂ ਤੁਹਾਡਾ ਭਾਵ ਕੀ ਹੈ? ਦੇਖੋ, ਕਲਾ ਤਾਂ ਨਾ ਰੱਬ ਨੇ ਹਰ ਮਨੁੱਖ ਨੂੰ ਦਿੱਤੀ ਹੈ, ਉਹ ਇੱਕ ਬਹੁਤ ਹੀ ਵਡਮੁੱਲੀ ਦੇਣ ਹੈ ਜੀ। ਤੇ ਸਿਰਜਣਾ ਦਾ ਅਰਥ ਹੁੰਦਾ ਹੈ ਜੀ ਕੁਝ ਬਣਾਉਣਾ। ਜਦੋਂ ਬੰਦਾ ਆਪਣੀ ਸੋਚ, ਆਪਣੀ ਹੁਨਰ ਨਾਲ ਕਿਸੇ ਚੀਜ਼ ਨੂੰ ਇੱਕ ਨਵੇਂ ਤਰੀਕੇ ਨਾਲ ਕੁਝ ਅਲੱਗ ਹਟ ਕੇ ਕੁਝ ਤਾਜ਼ਾ ਰੂਪ 'ਚ ਪੇਸ਼ ਕਰਦਾ ਹੈ ਤੇ ਦੇਖਣ ਵਾਲਾ, ਸੁਣਨ ਵਾਲਾ, ਪੜ੍ਹਨ ਵਾਲਾ ਜਦ ਉਹਦਾ ਆਨੰਦ ਲੈਂਦਾ ਹੈ ਤੇ ਉਹ ਸਿਰਜਣਾਤਮਕ ਕਲਾ ਹੋ ਜਾਂਦੀ ਹੈ ਜੀ। ਤੇ ਬਾਕੀ ਦੇਖੋ, ਸਭ ਤੋਂ ਵੱਡਾ ਸਿਰਜਣਹਾਰ ਉਹ परमात्मा है जी, सब तो ਵੱਡਾ ਕਲਾਕਾਰ जी। वाकई उसने देखो इस सृष्टि की रचना की, किते पहाड़, किते नदियां, किते नाले, किते मैदान हैगे ने, पशु पक्षी हैगे ने, फल फुल पौधे, सब्जी, मौसम, रात दिन की कुछ बनाया हैगा। तो उहदी कलाकारी ते जी परफेक्ट हैगी है, कोई दोष नहीं। सब कुछ जिद्दां वो चाहता जी उदा चलांदा हैगा। ते इसी सिरजना विच एक सिरजना मनुख दी होई जी, ते रब ने अपनी कलाकारी दा कुछ पुट उहदे विच भी पाया। ते मनुख ते कला दा संबंध बहुत पुराना है जी। जे ਅਸੀਂ बड़ी पिछे जाइए तो एक युग सीगा, जदों पत्थर ਦਾ युग कह लो, बर्फ ਦਾ युग कह लो, ਤੇ ਜਦੋਂ ਮਨੁੱਖ ਕੋਲ ਸਮਾਂ ਹੀ ਸਮਾਂ ਸੀਗਾ ਤੇ ਉਹਨੂੰ ਬਹੁਤ ਜ਼ਿਆਦਾ ਸਮਾਂ ਆਪਣਾ ਗੁਫਾਵਾਂ 'ਚ ਬਿਤਾਉਣਾ ਪੈਂਦਾ ਸੀਗਾ। ਆਦ ਮਨੁੱਖ ਜਿਹਨੂੰ ਕਹਿ ਲਈਏ ਆਪਾਂ। ਹਾਂਜੀ ਹਾਂਜੀ, ਬਿਲਕੁਲ। ਤੇ ਸਾਡੇ ਇਤਿਹਾਸਕਾਰਾਂ ਕੋਲ ਪ੍ਰੂਫ ਹੈਗਾ ਹੈ ਜੀ, ਉਹ ਗੁਫਾਵਾਂ 'ਚ ਬੜੀ ਸਾਰੀ ਪੇਂਟਿੰਗਸ ਹੋਈਆਂ ਜੀ। ਤੇ ਖਾਲੀ ਸਮੇਂ ਹੁੰਦਾ ਸੀਗਾ ਤੇ ਛੱਤਾਂ ਤੇ ਦੀਵਾਰਾਂ ਤੇ ਉਹ ਕੁਛ ਨਾ ਕੁਛ ਉਕੇਰਦਾ ਰਿਹਾ। शायद ਉਹਦੇ ਮਨ 'ਚ ਜੋ ਕੁਝ ਸੀਗਾ ਉਹ ਉਸਨੂੰ ਅਭਿਵਿਅਕਤੀ ਦੇਣਾ ਚਾਹੁੰਦਾ ਸੀਗਾ ਜੀ, ਜਾਂ ਜੋ ਦੇਖਦਾ ਸੀਗਾ ਉਹ ਕੁਝ ਸ਼ੇਅਰ ਕਰਨਾ ਚਾਹੁੰਦਾ ਸੀਗਾ, ਆਉਣ ਵਾਲੇ ਸਮੇਂ ਲਈ ਕੋਈ ਰਿਕਾਰਡ ਰੱਖਣਾ ਚਾਹੁੰਦਾ ਸੀਗਾ ਤੇ ਉਹਨੇ ਬਹੁਤ ਕੁਝ ਉਕੇਰਿਆ। ਤੇ ਸਾਡੀ ਜਿਹੜੀ ਕੇਵ ਪੇਂਟਿੰਗਸ ਹੈਗੀਆਂ, ਇਹਨਾਂ 'ਚ ਮਨੁੱਖ, ਜਾਨਵਰ, ਉਹਨਾਂ ਦੀ ਧਾਰਮਿਕ ਜਿਹੜੀ ਬਿਲੀਫ ਸਿਸਟਮ ਸੀਗਾ, ਉਹਦੇ ਬਾਰੇ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਤੇ ਉਹ ਸਾਡੀ ਸੰਸਕ੍ਰਿਤੀ ਦਾ, ਸਭਿਅਤਾ ਦਾ ਅੱਜ ਇੱਕ ਹਿੱਸਾ ਬਣ ਚੁੱਕੇ ਹੈ, ਇਤਿਹਾਸ ਦਾ ਹਿੱਸਾ ਬਣ ਚੁੱਕੇ ਹੈ। ਬਿਲਕੁਲ ਬਿਲਕੁਲ। ਔਰ ਦੇਖੋ, ਉਹਨਾਂ ਗੁਫਾਵਾਂ ਦੇ ਵਿੱਚ ਅੱਜ ਵੀ ਜਦੋਂ ਕਿਤੇ ਅਸੀਂ ਜਾਂਦੇ ਹਾਂ ਤੇ ਸਾਨੂੰ ਕਿੰਨੇ ਸੋਹਣੇ ਉਹ ਚਿੱਤਰਕਾਰੀ, ਕਿੰਨੀਆਂ ਸੋਹਣੀਆਂ ਉਹ ਮੂਰਤੀਆਂ ਜਿਹੜੀਆਂ ਘੜੀਆਂ ਹੋਈਆਂ ਨੇ, ਉਹ ਸਾਨੂੰ ਦੇਖਣ ਨੂੰ ਮਿਲਦੀਆਂ। ਔਰ ਇੱਥੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਵਿਧੀਆਂ ਹੋਣਗੀਆਂ, ਹੋਰ ਵੀ ਬਹੁਤ ਸਾਰੀਆਂ ਕਿਸਮਾਂ ਹੋਣਗੀਆਂ ਇਸ ਕਲਾ ਦੀਆਂ ਕਿ ਜਿਹਦੇ ਵਿੱਚ ਮਨੁੱਖ ਸਿਰਜਣਾ ਕਰਦਾ ਹੈ। ਬਹੁਤ ਸਾਰੀਆਂ ਕਿਸਮਾਂ ਹੋਣਗੀਆਂ। जोगी जी, मुख्यता असी कला नूं ना दो हिस्सियां च वंड लैंदे आ। एक हुंदे परफॉर्मिंग आर्ट्स जी, ਜਿਹੜਾ ਕਿ ਆਰਟਿਸਟ ਹੈਗਾ, ਪਰਫਾਰਮ ਕਰਦਾ ਥੀਏਟਰ ਤੇ ਜਾਂ ਸਟੇਜ ਤੇ ਜਾ ਕੇ।
ਉਹਦੇ ਚ ਆ ਜਾਂਦਾ ਹੈ ਜੀ, ਮਿਊਜ਼ਿਕ ਆ ਜਾਂਦਾ ਹੈ, ਨ੍ਰਿਤ ਆ ਜਾਂਦਾ ਹੈ, ਗਾਣਾ ਆ ਜਾਂਦਾ ਹੈ, ਇਹ ਸਾਰੀ ਚੀਜ਼ਾਂ, ਜਾਂ ਤੁਸੀਂ ਥੀਏਟਰ ਪਰਫਾਰਮ ਕਰਦੇ ਹੋ ਜੀ। ਤੇ ਦੂਜੇ ਪਾਸੇ ਸਿਰਜਣਾਤਮਕ ਕਲਾਵਾਂ ਜਿਨ੍ਹਾਂ ਨੂੰ ਕਿ ਅਸੀਂ ਕ੍ਰੀਏਟਿਵ ਆਰਟਸ ਕਹਿੰਦੇ ਹੈਗੇ ਆ, ਉਹਦੇ ਚ ਜੀ ਦੇਖੋ ਸਾਹਿਤ ਆਂਦਾ ਹੈ, ਪੇਂਟਿੰਗ ਆ ਜਾਂਦੀ ਹੈ, ਫੋਟੋਗ੍ਰਾਫੀ ਹੈਗੀ ਹੈ, ਆਰਕੀਟੈਕਚਰ ਹੈ, ਸਕਲਪਚਰ ਹੈਗਾ, ਕੈਲੀਗ੍ਰਾਫੀ ਹੈ, ਸਿਨੇਮਾ ਹੈਗਾ ਜੀ। ਮਤਲਬ ਕਲਾ ਦਾ ਤੇ ਅੰਤ ਹੀ ਨਹੀਂ ਹੈਗਾ। ਤੇ ਇਹਨਾਂ ਰਾਹੀਂ ਜਿਹੜਾ ਕੋਈ ਕਲਾਕਾਰ ਹੈਗਾ ਆਪਣੇ ਵਿਚਾਰਾਂ ਨੂੰ ਜਾਂ ਕਿਸੇ ਸੰਦੇਸ਼ ਨੂੰ ਕੁਝ ਵੀ ਸ਼ੇਅਰ ਕਰਨਾ ਚਾਹੁੰਦਾ ਹੈਗਾ, ਸਮਾਜ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ, ਇਹਨਾਂ ਰਾਹੀਂ ਦੇ ਸਕਦਾ ਹੈ। ਦੇਖੋ ਜਿਵੇਂ ਤੁਸੀਂ ਇਹ ਸਾਰੀਆਂ ਸਾਨੂੰ ਦੱਸੀਆਂ ਹੈਗੀਆਂ, ਔਰ ਤੁਸੀਂ ਜਿਹੜਾ ਹੈਗਾ ਉਹ ਕਵਿਤਾ ਦੇ ਨਾਲ ਸੰਬੰਧ ਰੱਖਦੇ ਹੋ, ਚਿੱਤਰਕਾਰੀ ਨਾਲ ਵੀ ਸੰਬੰਧ ਰੱਖਦੇ ਹੋ, ਤੁਸੀਂ ਹੋਰ ਵੀ ਆਰਟੀਕਲ ਵਗੈਰਾ ਵੀ ਲਿਖਦੇ ਹੋ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਰਦੇ ਹੋ। ਇਹ ਜਿਹੜੀ ਸਾਡੀ ਸਾਰੀ ਜ਼ਿੰਦਗੀ ਹੈਗੀ ਹੈ ਇਹ ਕਲਾ ਨੂੰ ਸਮਰਪਿਤ ਹੈ ਜੀ। ਹਰ ਇੱਕ ਘਰ ਦੇ ਵਿੱਚ ਕੋਈ ਵੀ ਸ਼ਖਸ ਹੈਗਾ, ਜਿਵੇਂ ਤੁਸੀਂ ਦੱਸਿਆ ਪਹਿਲਾਂ ਕਿ ਪ੍ਰਮਾਤਮਾ ਹਰ ਕਿਸੇ ਨੂੰ ਕਲਾ ਦੇ ਕੇ ਤੋਰਦਾ ਇਸ ਦੁਨੀਆ ਦੇ ਉੱਪਰ। ਘਰ ਦੇ ਵਿੱਚ ਚਾਹੇ ਕੋਈ ਸੁਆਣੀ ਵੀ ਹੈ, ਉਹ ਜਾਣੇ ਅਣਜਾਣੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਲਾ ਦੇ ਨਾਲ ਤਾਂ ਉਹ ਰੁੱਝੀ ਰਹਿੰਦੀ ਹੈ। ਬਿਲਕੁਲ ਜੀ। ਤੇ ਇਹਦਾ ਕਲਾ ਦਾ ਜਿਹੜੀਆਂ ਇਹ ਸਿਰਜਣਾਤਮਕ ਕਲਾਵਾਂ ਜਿਹੜੀਆਂ ਇਹਦਾ ਸਾਡੀ ਜ਼ਿੰਦਗੀ ਦੇ ਲਈ ਕੀ ਮਹੱਤਵ ਹੈਗਾ? ਇਹਦਾ ਜੀ ਅਸੀਂ ਕਹਿ ਸਕਦੇ ਹਾਂ ਮਹੱਤਵ ਬਹੁਤ ਹੈਗਾ। ਪਹਿਲੇ ਜਿੱਦਾਂ ਮੈਂ ਦੱਸਿਆ ਸੀ, ਇਹ ਅਭਿਵਿਅਕਤੀ ਦਾ ਇੱਕ ਸਾਧਨ ਹੈਗਾ, ਅਸੀਂ ਐਕਸਪ੍ਰੈਸ਼ਨ ਦੇ ਸਕਦੇ ਹਾਂ ਆਪਣੇ ਵਿਚਾਰਾਂ ਨੂੰ ਇਹਦੇ ਰਾਹੀਂ। ਇਹ ਰੂਹ ਦੀ ਖੁਰਾਕ ਹੈ। ਇੱਕ ਕਲਾਕਾਰ ਨੂੰ ਪੁੱਛ ਕੇ ਦੇਖੋ, ਜਦੋਂ ਕੁਝ ਲਿਖਦਾ ਹੈ, ਪੇਂਟ ਕਰਦਾ ਜਾਂ ਜੋ ਵੀ ਆਪਣਾ ਕੁਝ ਬਣਾਉਂਦਾ ਹੈਗਾ, ਕੋਈ ਮੂਰਤੀਕਾਰ ਹੈਗਾ ਉਹ ਮੂਰਤੀ ਬਣਾਉਂਦਾ, ਜਦੋਂ ਕੰਪਲੀਟ ਹੋ ਜਾਂਦੀ ਹੈ ਉਹਨੂੰ ਅੱਛੀ ਲੱਗਦੀ ਹੈ, ਸੋਹਣੀ ਲੱਗਦੀ ਹੈ, ਤੇ ਉਹਦੇ ਦਿਲ ਨੂੰ ਜੋ ਸਕੂਨ ਮਿਲਦਾ ਹੈ ਨਾ, ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਜੀ, ਹੈ ਨਾ। ਇਸ ਤੋਂ ਇਲਾਵਾ ਇਹ ਬਹੁਤ ਹੀ ਸੋਹਣਾ ਮਨ ਪਰਚਾਵੇ ਦਾ ਸਾਧਨ ਹੈਗਾ। ਬੰਦਾ ਥੋੜੀ ਦੇਰ ਆਪਣੇ ਰੁਝਾਵੀ ਜ਼ਿੰਦਗੀ ਤੋਂ ਜੇ ਥੋੜੇ ਪਲ ਸਕੂਨ ਦੇ ਖੁਸ਼ੀ ਦੇ ਜੀਣਾ ਚਾਹੁੰਦਾ ਤੇ ਉਹ ਕਦੀ ਪੇਂਟਿੰਗ ਹੋ ਗਈ, ਡਾਂਸ ਹੋ ਗਿਆ, ਕਿਸੇ ਵਿੱਚ ਵੀ ਆਪਣੇ ਆਪ ਨੂੰ ਰੁਝਾ ਸਕਦਾ ਹੈਗਾ। ਤੇ ਸਮਾਜ ਨੂੰ ਇਸ ਦੁਆਰਾ ਸੁਧਾਰਿਆ ਜਾ ਸਕਦਾ ਹੈਗਾ। ਬੜੇ ਬੜੇ ਲੇਖਕ ਹੈਗੇ ਹੈ, ਜਾਂ ਸਿਨੇਮਾ ਹੀ ਤੁਸੀਂ ਲੈ ਲਓ ਜੀ, ਠੀਕ ਹੈ ਨਾ, ਤੇ ਕਿੰਨੀ ਕਲਾ ਉਹਦੇ ਚ ਹੁੰਦੀ ਹੈ ਮਿਲ ਕੇ, ਤੇ ਕੋਈ ਨਾ ਕੋਈ ਕਈ ਵਾਰ ਸੰਦੇਸ਼ ਹੁੰਦਾ, ਕੇਵਲ ਮਨੋਰੰਜਨ ਹੀ ਨਹੀਂ ਹੁੰਦਾ, ਸੰਦੇਸ਼ ਵੀ ਹੁੰਦਾ ਹੈਗਾ। ਅਸੀਂ ਜੇ ਦੇਖੀਏ ਸਕੂਲਾਂ 'ਚ ਸਾਡੇ ਨਾ ਆਰਟ ਐਂਡ ਕਰਾਫਟ ਦਾ ਪੀਰੀਅਡ ਹੁੰਦਾ ਸੀਗਾ, ਉਹਦਾ ਕੋਈ ਮਾਇਨਾ ਤੇ ਹੁੰਦਾ ਹੀ ਹੈ ਨਾ। ਆਰਟ ਵਿੱਚ ਜਦੋਂ ਬੱਚਿਆਂ ਨੂੰ ਕੈਂਚੀ ਪਕੜਾਈ ਜਾਂਦੀ ਹੈ ਕਿ ਤੁਸੀਂ ਫੁੱਲ ਕੱਟੋ ਜਾਂ ਇੱਥੇ ਕੱਟ ਕੇ ਪੇਸਟ ਕਰੋ ਜਾਂ ਕਲਰ ਕਰੋ, ਦੇਖੋ ਉਹਦੇ ਪਿੱਛੇ ਬੜਾ ਵੱਡਾ ਕਾਰਨ ਹੈ ਬ੍ਰੇਨ ਦੀ ਡਿਵੈਲਪਮੈਂਟ ਹੁੰਦੀ ਹੈ। ਬੱਚਾ ਆਪਣੀ ਅੱਖਾਂ, ਆਪਣੇ ਦਿਮਾਗ, ਆਪਣੇ ਹੱਥ ਸਾਰਿਆਂ ਨੂੰ ਇੱਕ ਤਰ੍ਹਾਂ ਕੋਆਰਡੀਨੇਸ਼ਨ ਵਿੱਚ ਯੂਜ਼ ਕਰਨਾ ਸਿੱਖਦਾ ਹੈਗਾ। ਉਹਨੂੰ ਪਤਾ ਚੱਲਦਾ ਹੈ ਕਿ ਕੈਂਚੀ ਦੀ ਕਿੰਨੇ ਦਬਾਅ ਮੈਂ ਪਾਣਾ ਹੈ, ਕਿੱਥੇ ਤੱਕ ਇਹਦੀ ਪਕੜ ਰੱਖਣੀ ਹੈਗੀ ਹੈ, ਜਾਂ ਉਹ ਜਦੋਂ ਡਰਾਇੰਗ ਕਰਦੇ ਹੈ ਸਕੇਲ ਹੁੰਦਾ ਹੈ, ਮੈਂ ਕਿੰਨੀ ਲੰਬੀ ਲਾਈਨ ਡਰਾ ਕਰਨੀ ਹੈ, ਕਿੱਥੇ ਤੱਕ ਕਰਨੀ ਹੈ, ਉਹ ਛੋਟੇ ਛੋਟੇ ਫੈਸਲੇ ਲੈਣਾ ਸਿੱਖਦਾ ਹੈ। ਇਹ ਫੁੱਲ 'ਚ ਮੈਂ ਕੀ ਰੰਗ ਭਰਾਂ, ਇਹਨੂੰ ਆਪਣੀ ਚੀਜ਼ ਨੂੰ ਮੈਂ ਕਿੱਦਾਂ ਹੋਰ ਸਵਾਰਾਂ, ਜਾਂ ਜੇ ਮੈਂ ਕੁਝ ਲਿਖਿਆ ਹੈਗਾ ਇਹਨੂੰ ਹੋਰ ਸੋਹਣਾ ਕਿੱਦਾਂ ਮੈਂ ਬਣਾਵਾਂ। ਤੇ ਇਹ ਤਾਂ ਸ਼ੁਰੂ ਤੋਂ ਹੀ ਬੱਚੇ ਨੂੰ ਸਿਖਾਇਆ ਜਾਂਦਾ ਹੈ ਤੇ ਹੌਲੀ ਹੌਲੀ ਪ੍ਰਫੁੱਲਿਤ ਕੀਤਾ ਜਾਂਦਾ ਹੈਗਾ। ਤੇ ਬਾਕੀ ਇਹ ਕੇਵਲ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਅਸੀਂ ਇਹਨੂੰ ਮੰਨ ਸਕਦੇ, ਇਹ ਮਾਨਸਿਕ, ਬੌਧਿਕ ਹਰ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ। ਤੇ ਜਦੋਂ ਬੱਚੇ ਮਿਲ ਕੇ ਕੋਈ ਪ੍ਰੋਜੈਕਟ ਤਿਆਰ ਕਰਦੇ ਨੇ ਜਾਂ ਕੋਈ ਐਗਜ਼ੀਬਿਸ਼ਨ ਦਾ ਭਾਗ ਬਣਦੇ ਨੇ, ਟੀਮ ਵਰਕ ਸਿੱਖਦੇ ਨੇ। ਜਦੋਂ ਕੋਈ ਪ੍ਰਸ਼ੰਸਾ ਕਰਦਾ ਹੈ, ਕੌਨਫੀਡੈਂਸ ਆਉਂਦਾ ਹੈ, ਆਤਮ सम्मान ਵੱਧਦਾ ਹੈ। ਤੇ ਕੇਵਲ ਉਹਨਾਂ ਲਈ ਹੀ ਪ੍ਰੋਤਸਾਹਨ ਨਹੀਂ ਹੈ, ਦੇਖਣ ਵਾਲੇ ਉਹ ਵੀ ਪ੍ਰੋਤਸਾਹਿਤ ਹੁੰਦੇ ਕਿ ਕੱਲ ਨੂੰ ਅਸੀਂ ਵੀ ਕੁਝ ਚੰਗਾ ਕਰੀਏ ਤਾਂ ਕਿ ਸਾਨੂੰ ਵੀ ਸ਼ਲਾਘਾ ਮਿਲੇ। ਬਿਲਕੁਲ, ਬੜੀਆਂ ਖੂਬਸੂਰਤ ਤਸਵੀਰਾਂ ਤੁਸੀਂ ਦਿੱਤੀਆਂ ਕਿ ਉਹ ਕੈਂਚੀ ਹੱਥ ਵਿੱਚ ਫੜਦਾ ਹੈ, ਕਿੰਨਾ ਦਬਾਅ ਪਾਉਣਾ ਹੈ, ਕਿੱਦਾਂ ਕੱਟਦਾ ਹੈ, ਉਹਨੂੰ ਫੈਸਲੇ ਨਿੱਕੇ ਨਿੱਕੇ ਆਪਣੇ ਲੈਣ ਦੇ ਲਈ ਸਮਰੱਥਾ ਮਿਲਦੀ ਹੈ, ਔਰ ਟੀਮ ਵਰਕ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੋ, ਜਦੋਂ ਇੱਕ ਘਰ ਦੇ ਵਿੱਚ ਕੋਈ ਸੁਆਣੀ ਜਿਹੜੀ ਕਹਿੰਦੀ ਕਿ ਮੈਂ ਤਾਂ ਕੋਈ ਕਲਾਕਾਰ ਨਹੀਂ ਹੈ, ਮੈਨੂੰ ਤਾਂ ਕੁਝ ਆਉਂਦਾ ਨਹੀਂ ਹੈ, ਜਦੋਂ ਉਹ ਵੀ ਰੋਟੀ ਗੋਲ ਬਣਾਉਂਦੀ ਹੈ, ਬਿਲਕੁਲ ਜੀ, ਬੜੀ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈਗੀ ਹੈ। ਉਹ ਵੀ ਤਾਂ ਇੱਕ ਕਿਸਮ ਦੀ ਕਲਾ ਹੀ ਹੈ। ਕਲਾ ਤੇ ਜੀ ਹੁਣ ਕਲਾ ਦਾ ਵਿਸਤਾਰ ਹੀ ਹੋ ਗਿਆ, ਕਲਾ ਕਿੱਥੇ ਨਹੀਂ ਹੈ। ਪਹਿਲੇ ਆਪਾਂ ਸਿਰਫ ਸੋਚਦੇ ਸੀਗੇ ਕਿ ਪੇਂਟਿੰਗ ਹੋ ਗਈ, ਮਿਊਜ਼ਿਕ ਹੋ ਗਿਆ, ਡਾਂਸ ਹੋ ਗਿਆ, ਇਹੀ ਕਲਾ ਹੈ, ਲੇਕਿਨ ਹੁਣ ਤੇ ਕਲਾ ਸਾਡੇ ਜ਼ਿੰਦਗੀ ਦਾ ਇੱਕ ਹਿੱਸਾ ਹੀ ਬਣ ਚੁੱਕੀ ਹੈ। ਤੇ ਲੋਕਡਾਊਨ ਦੇ ਦੌਰਾਨ ਤਾਂ ਕਲਾ ਪਤਾ ਨਹੀਂ ਕਿੱਦਾਂ ਬਾਹਰ ਆਈ ਹੈ ਜੀ। ਤੁਸੀਂ ਸੋਸ਼ਲ ਮੀਡੀਆ ਹੀ ਦੇਖ ਲਓ, ਇਹਦੇ ਵਿੱਚ ਦੇਖੋ ਜੀ, ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈਗਾ, ਆ ਵੀ ਕਿਸੇ ਦੀ ਸੋਚ ਹੋਣੀ ਹੈ ਜਿਸਨੇ ਉਸਨੂੰ ਇਹ ਰੂਪ ਦਿੱਤਾ ਤੇ ਲੋਕਾਂ ਨੂੰ ਅੱਗੇ
ਆ ਕੇ ਉਹ ਨਵੀਂ ਰੀਲਸ ਬਣਾਉਂਦੇ ਨੇ, ਆਪਣੇ ਪ੍ਰੋਗਰਾਮ ਬਣਾ ਕੇ ਪੇਸ਼ ਕਰਦੇ ਨੇ। ਤੁਸੀਂ ਦੇਖੋ ਨਾ ਅੱਜ ਕੱਲ ਤੇ ਆਰਟ ਆਫ ਸਪੀਕਿੰਗ, ਆਰਟ ਆਫ ਕੁਕਿੰਗ, ਆਰਟ ਆਫ ਰਾਈਟਿੰਗ, ਆਰਟ ਆਫ ਲਿਵਿੰਗ, ਆਰਟ ਆਫ ਲਿਸਨਿੰਗ, ਆਰਟ ਆਫ ਸਾਇਲੈਂਸ, ਹਰ ਚੀਜ਼ ਹੀ ਅੱਜ ਕੱਲ ਕਲਾ ਹੋ ਗਈ ਹੈਗੀ ਹੈ। ਤੇ ਠੀਕ ਹੈ, ਇਹਦੇ ਨਾਲ ਜੀਵਨ ਬਹੁਤ ਅੱਛਾ ਬਣਦਾ ਹੈਗਾ, ਵਿਕਾਸ ਹੋ ਰਿਹਾ ਹੈ, ਟੈਕਨੋਲੋਜੀ ਦਾ ਵਿਕਾਸ ਹੋ ਰਿਹਾ ਹੈ, ਬੰਦਾ ਵੀ ਬੜੇ ਬੜੇ ਐਕਸਪੈਰੀਮੈਂਟ ਕਰਦਾ ਹੈਗਾ ਤੇ ਇਹ ਕਲਾ ਸਾਡੇ ਜੀਵਨ ਨੂੰ ਹੋਰ ਸਮਰਿੱਧੀ ਕਰਦੀ ਪਈ ਹੈਗੀ ਹੈ। ਬਿਲਕੁਲ ਜੀ, ਇਸ ਕਲਾ ਦੇ ਨਾਲ ਸਾਡੇ ਜੀਵਨ ਦੇ ਵਿੱਚ ਇੱਕ ਨਵਾਂ ਵਿਕਾਸ ਹੁੰਦਾ ਹੈ ਜੀ। ਜਿੱਥੇ ਅਸੀਂ ਕਿਤਾਬਾਂ ਪੜ੍ਹ ਕੇ ਬਹੁਤ ਵੱਡੀਆਂ ਡਿਗਰੀਆਂ ਲੈਂਦੇ ਆ, ਇਸ ਕਲਾ ਦੇ ਨਾਲ ਉਹਨਾਂ ਡਿਗਰੀਆਂ ਦੇ ਵਿੱਚੋਂ ਮਿਲੀ ਹੋਈ ਗਿਆਨ ਨੂੰ, ਵਿਦਿਆ ਨੂੰ ਸਾਨੂੰ ਵਰਤਣ ਦਾ ਸਲੀਕਾ ਤਰੀਕਾ ਆਉਂਦਾ ਹੈ। ਔਰ ਜੇਕਰ ਸਾਡੇ ਅੰਦਰ ਕੋਈ ਕਲਾ ਹੈ, ਅਸੀਂ ਉਸ ਕਲਾ ਨੂੰ ਬਾਹਰ ਕੱਢਣਾ ਹੈ, ਉਸ ਕਲਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ, ਉਹਦੇ ਵਾਸਤੇ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕੀ ਕਰੀਏ, ਕਿੱਥੇ ਜਾਈਏ, ਕੀ ਹੀਲਾ ਵਸੀਲਾ ਕਰੀਏ ਕਿ ਉਹ ਕਲਾ ਜਿਹੜੀ ਆ ਸਾਡੇ ਬਾਹਰ ਆ ਜਾਵੇ, ਦੁਨੀਆ ਦੇ ਸਾਹਮਣੇ ਆ ਜਾਵੇ। ਇਹ ਕਲਾ ਨੂੰ ਅੰਦਰੋਂ ਬਾਹਰ ਕੱਢਣ ਦੇ ਵਾਸਤੇ ਕੀ ਕਰਨਾ ਪਏਗਾ? ਜੋਗੀ ਜੀ, ਇਹ 'ਚ ਤਾਂ ਬੜਾ ਵੱਡਾ ਰੋਲ ਨਾ ਇੱਕ ਤਾਂ ਮਾਂ ਪਿਓ ਦਾ ਹੁੰਦਾ, ਮਾਤਾ ਪਿਤਾ ਦਾ ਹੈਗਾ, ਤੇ ਇੱਕ ਸਕੂਲ 'ਚ ਜਿਹੜੇ ਸਿੱਖਿਅਕ ਹੈਗੇ ਉਹਨਾਂ ਦਾ ਹੈਗਾ। ਹਰ ਬੱਚਾ ਵਿਲੱਖਣ ਹੈ, ਹਰ ਇੱਕ 'ਚ ਕੁਛ ਨਾ ਕੁਛ ਹੁਨਰ ਰੱਬ ਨੇ ਪਾਇਆ ਹੋਇਆ, ਦੇ ਕੇ ਹੀ ਭੇਜਿਆ, ਸਿਰਫ ਉਹਨੂੰ ਪਛਾਣਨ ਦੀ ਲੋੜ ਹੈ ਜੀ। ਤੁਸੀਂ ਜਦੋਂ ਟੀਵੀ ਲਗਾਉਂਦੇ ਹੋ ਜਾਂ ਅਸੀਂ ਸ਼ਾਦੀਆਂ ਤੇ ਜਾਂਦੇ ਹਾਂ, ਮਿਊਜ਼ਿਕ ਲੱਗਾ ਹੁੰਦਾ, ਬੱਚੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਹੈ ਨਾ, ਆਪੇ ਦੇਖ ਕੇ ਆ ਜਾਂਦਾ ਹੈ, ਉਹਨਾਂ ਨੂੰ ਗਾਣੇ ਗਾਉਣੇ ਸ਼ੁਰੂ ਕਰ ਦਿੰਦੇ ਨੇ। ਇੱਕ ਬੱਚੇ ਨੂੰ ਜੇ ਪੈਨਸਿਲ ਪਕੜਾ ਦੋ ਜਾਂ ਕੁਝ ਪਕੜਾ ਦੋ, ਉਹ ਆਪਣੀ ਤਰਫੋਂ ਕੁਝ ਉਕੇਰਨ ਦੀ ਕੋਸ਼ਿਸ਼ ਕਰਦਾ ਹੈਗਾ, ਜੋ ਉਹਨੂੰ ਠੀਕ ਲੱਗਦਾ ਉਹ ਕਰਦਾ ਹੈ। ਤੇ ਮਾਤਾ ਪਿਤਾ ਨੂੰ ਚਾਹੀਦਾ ਕਿ ਛੋਟੇ ਹੁੰਦੇ ਤੋਂ ਹੀ ਉਹ ਦੇਖਣ ਕਿ ਬੱਚੇ ਦੀ ਰੁਚੀ ਕਿਸ ਤਰਫ ਹੈ। ਇੱਕ ਰੁਚੀ ਵੀ ਹੋ ਸਕਦੀ, ਕਈ ਵੀ ਹੋ ਸਕਦੀ, ਜ਼ਰੂਰੀ ਨਹੀਂ ਕਿ ਇੱਕੋ ਕਲਾ ਦਾ ਤਾਂ ਨਹੀਂ ਹੋਏ ਉਹ ਬੰਦਾ। ਤੇ ਉਹਨਾਂ ਨੂੰ ਉਸਨੂੰ ਪਛਾਣ ਕੇ ਉਸਨੂੰ ਅਵਸਰ ਦੇਣੇ ਚਾਹੀਦੇ ਨੇ ਕਿ ਕਿੱਦਾਂ ਉਸਨੂੰ ਪ੍ਰਫੁੱਲਿਤ ਕੀਤਾ ਜਾਏ, ਕਿੱਦਾਂ ਉਹਨੂੰ ਅੱਗੇ ਲਿਜਾਇਆ ਜਾਏ। ਤੇ ਜਦੋਂ ਬੱਚਾ ਸਕੂਲ 'ਚ ਆਉਂਦਾ ਹੈ, ਕਾਲਜ 'ਚ ਆਉਂਦਾ ਹੈ, ਕਿ ਇੱਕ ਚੰਗੇ ਸਿੱਖਿਅਕ ਦਾ ਰੋਲ ਹੁੰਦਾ ਹੈ ਕਿ ਉਹ ਸਿਰਫ ਸਿੱਖਿਆ ਹੀ ਨਹੀਂ ਦੇ ਆਪਣੇ ਵਿਸ਼ੇ ਦੇ, ਬਲਕਿ ਪੂਰਾ ਉਹਦਾ ਓਵਰਆਲ ਡਿਵੈਲਪਮੈਂਟ ਬੱਚੇ ਦਾ ਹੋਏ, ਉਹ ਉਹਨਾਂ ਨੇ ਪਛਾਣਨਾ ਹੈਗਾ ਹੈ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਹੈ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇਣੀ ਆ, ਮੈਨੂੰ ਇੱਥੇ ਯਾਦ ਆ ਗਿਆ। ਸਕੂਲ 'ਚ ਨਾ ਇੱਕ ਵਾਰ ਮੈਨੂੰ ਇੱਕ ਪੀਰੀਅਡ ਦਿੱਤਾ ਕਿ ਬੜੀ ਛੋਟੀ ਜਿਹੀ ਕਲਾਸ 'ਚ, ਤੇ ਉਹਨਾਂ ਦਾ ਸੀਗਾ ਜੀ ਡਰਾਇੰਗ ਦਾ ਇਮਤਿਹਾਨ ਸੀਗਾ, ਤੇ ਉਹਨਾਂ ਨੇ ਬਣਾਉਣਾ ਸੀਗਾ ਡਰਾ ਅ ਮੈਂਗੋ ਐਂਡ ਕਲਰ ਇਟ, ਇੱਕ ਅੰਬ ਬਣਾਓ ਤੇ ਉਹਨੂੰ ਤੁਸੀਂ ਕਲਰ ਕਰੋ। 10 ਮਿੰਟ 'ਚ ਇੱਕ ਬੱਚਾ ਮੇਰੇ ਕੋਲ ਲੈ ਕੇ ਆ ਗਿਆ ਆਪਣਾ ਕਾਗਜ਼, ਸਾਰਾ ਕਾਗਜ਼ ਖਾਲੀ ਵਿੱਚ ਇੱਕ ਇੰਨੀ ਜਿਹੀ ਡਰਾਇੰਗ। ਤੇ ਮੈਂ ਕਿਹਾ ਬੇਟਾ ਆ ਕੀ ਹੈ? ਮੈਡਮ ਅੰਬ ਬਣਾਇਆ। ਮੈਂ ਕਿਹਾ ਇਹ ਤਾਂ ਬਹੁਤ ਛੋਟਾ ਜਿਹਾ ਹੈਗਾ ਹੈ। ਮੈਡਮ ਮੇਰੇ ਘਰ ਨਾ ਹਾਲੀ ਪੇੜ ਤੇ ਅੰਬੀਆਂ ਹੀ ਹੈਗੀਆਂ, ਅੰਬ ਨਹੀਂ ਬਣੇ। ਹਾਂ, ਤੇ ਇਹ ਮੈਡਮ ਅੰਬੀ ਹੈਗੀ ਹੈ। ਹਾਂ, ਤੇ ਮੈਂ ਦੇਖ ਕੇ ਹੈਰਾਨ ਹੋ ਗਈ। ਦੇਖੋ ਬੱਚੇ ਨੇ ਜੋ ਦੇਖਿਆ ਉਹਨੇ ਲਿਖਿਆ। ਬੱਚੇ ਬੜੇ ਅਵੇਅਰ ਹੁੰਦੇ ਨੇ, ਬੜਾ ਅਬਜ਼ਰਵ ਕਰਦੇ ਨੇ, ਬੜੇ ਸਜਗ ਹੁੰਦੇ ਨੇ। ਤੇ ਇੱਥੇ ਇੱਕ ਸਿੱਖਿਅਕ ਦਾ ਜਾਂ ਪੇਰੈਂਟਸ ਦਾ ਰੋਲ ਹੈਗਾ ਕਿ ਬੱਚੇ ਨੂੰ ਹਤੋਤਸਾਹਿਤ ਨਾ ਕਰੋ। ਜੇ ਉਹ ਕੁਝ ਅਲੱਗ ਕਰਨਾ ਚਾਹੁੰਦਾ ਹੈ, ਕਰਨ ਦੋ, ਠੀਕ ਹੈ ਨਾ, ਉਹਦੇ ਨਾਲ ਚੱਲੋ, ਉਹਨੂੰ ਸਪੋਰਟ ਕਰੋ, ਲੇਕਿਨ ਉਹਨੂੰ ਇੰਨਾ ਹਤੋਤਸਾਹਿਤ ਨਾ ਕਰ ਦੋ ਕਿ ਉਹ ਮੁੜ ਕੇ ਖੜਾ ਹੀ ਨਾ ਹੋ ਸਕੇ, ਆਪਣੀ ਰੁਚੀ ਉਹ ਭੁੱਲ ਜਾਏ, ਡਿਵੈਲਪਮੈਂਟ ਹੀ ਨਾ ਉਹਦੀ ਹੋ ਪਾਏ। ਤੇ ਸਿੱਖਿਅਕ ਦਾ ਬਾਕੀ ਦੇਖੋ ਸਾਡੇ ਸਕੂਲਾਂ ਕਾਲਜਾਂ 'ਚ ਕਿੰਨੀ ਪ੍ਰਤੀਯੋਗਿਤਾਵਾਂ ਹੁੰਦੀਆਂ ਹੈਗੀਆਂ, ਐਗਜ਼ੀਬਿਸ਼ਨਸ ਲੱਗਦੀਆਂ ਹੈਗੀਆਂ, ਤੇ ਜਿਹੜੇ ਜੇਤੂ ਬੱਚੇ ਹੁੰਦੇ ਨੇ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਨੇ, ਅਵਾਰਡਸ ਦਿੱਤੇ ਜਾਂਦੇ ਨੇ, ਮੈਡਲਸ ਹੁੰਦੇ ਨੇ, ਸਰਟੀਫਿਕੇਟਸ ਹੁੰਦੇ ਨੇ। ਉਹਦੇ ਨਾਲ ਕੇਵਲ ਬੱਚਾ ਹੀ ਮੋਟੀਵੇਟ ਨਹੀਂ ਹੁੰਦਾ, ਉਹਨੂੰ ਦੇਖਣ ਵਾਲੇ ਬੱਚੇ ਵੀ ਸੋਚਦੇ ਆ ਕਿ ਇਹ ਮੈਡਲ ਤੇ ਮੈਂ ਵੀ ਹਾਸਿਲ ਕਰਨਾ ਚਾਹੁੰਦਾ ਵਾਂ, ਅੱਗੇ ਚੱਲ ਕੇ ਇਹ ਪ੍ਰਾਈਜ਼ ਮੈਂ ਵੀ ਲੈਣਾ ਚਾਹੁੰਦਾ ਵਾਂ। ਤੇ ਅਸੀਂ ਵੀ ਜਦੋਂ ਪੜ੍ਹਦੇ ਸੀਗੇ, ਮੈਨੂੰ ਯਾਦ ਹੈ ਕਾਲਜ ਕਲਰ ਮਿਲਿਆ ਯੂਥ ਫੈਸਟੀਵਲ 'ਚ ਪਾਰਟਿਸਿਪੇਟ ਕਰਨ ਨਾਲ, ਤੇ ਜਦੋਂ ਉਹਨੂੰ ਲਗਾ ਕੇ ਕੋਟ ਤੇ ਅਸੀਂ ਕਾਲਜ 'ਚ ਨਿਕਲਦੇ ਸੀਗੇ ਤੇ ਬੜਾ ਗਰਵ ਮਹਿਸੂਸ ਹੁੰਦਾ ਸੀ, ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ। ਤੇ ਮੈਨੂੰ ਲੱਗਦਾ ਉਹ ਕਾਲਜ ਕਲਰ ਨੂੰ ਦੇਖ ਕੇ ਹੋਰ ਬੱਚੇ ਵੀ ਚਾਹੁੰਦੇ ਹੋਣੇ ਕਿ ਅਸੀਂ ਵੀ ਇਹਨੂੰ ਪ੍ਰਾਪਤ ਕਰੀਏ, ਤੇ ਹੋ ਸਕਦਾ ਕਿਧਰੇ ਅਸੀਂ ਵੀ ਕਿਸੇ ਨੂੰ ਦੇਖਿਆ ਹੋਏ ਏਦਾਂ ਤੇ ਸਾਡਾ ਵੀ ਦਿਲ ਕਰਦਾ ਹੋਏ। ਇਸ ਕਰਕੇ ਅਸੀਂ ਆਪਣੇ ਆਪ ਨੂੰ ਅੱਗੇ ਤੋਂ ਅੱਗੇ ਬੈਟਰ ਤੋਂ ਬੈਟਰ ਕਰਨ ਦੀ ਕੋਸ਼ਿਸ਼ ਕੀਤੀ। ਐਕਸਟਰਾ ਕਰਿਕੂਲਰ ਤੁਸੀਂ ਕਾਲਜ ਕਲਰ ਦੀ ਗੱਲ ਕੀਤੀ ਆ, ਯੁਵਕ ਮੇਲਿਆਂ ਦੀ ਗੱਲ ਕੀਤੀ, ਯੂਥ ਫੈਸਟੀਵਲ ਦੀ ਗੱਲ ਕੀਤੀ ਆ, ਤੇ ਮੈਨੂੰ ਵੀ ਉਹ ਆਪਣੇ ਪੁਰਾਣੇ ਦਿਨ ਯਾਦ ਆਉਂਦੇ ਕਿ ਜਦੋਂ ਅਸੀਂ ਵੀ ਯੂਥ ਫੈਸਟੀਵਲ ਦੇ ਵਿੱਚ ਜਾਂਦੇ ਹੁੰਦੇ ਸੀ। ਉਹ ਸੱਚਮੁੱਚ ਉਹ ਕਾਲਜ ਦਾ ਉਹ ਮਾਣ ਸਨਮਾਨ ਲੈ ਕੇ ਆਪਣੇ ਆਪ ਨੂੰ ਤਾਂ ਅਸੀਂ ਕਿਸੇ ਨਾਲ ਫੰਨੇ ਖਾਣਾ ਘੱਟ ਨਹੀਂ ਸੀ ਜਾਣਦੇ। ਨਹੀਂ ਜੀ, ਉਹ ਪਲ ਹੀ ਬੜੇ, ਉਹ ਪਲ ਬੇਸਮਤੀ ਪਲ ਸੀ, ਖੂਬਸੂਰਤ ਪਲ ਸੀ। ਦੇਖੋ ਤੁਸੀਂ ਜਿਹੜੀ ਉਹ ਗੱਲ ਸੁਣਾਈ ਸੀ ਬੱਚੇ ਵਾਲੀ, ਉਹ ਤੁਸੀਂ ਅੰਬ ਬਣਾਉਣ ਨੂੰ ਕਿਹਾ, ਉਹ ਅੰਬੀ ਬਣਾ ਕੇ ਲਿਆਇਆ,
ਔਰ ਜੇਕਰ ਕੋਈ ਹੋਰ ਟੀਚਰ ਹੁੰਦਾ ਹੈ ਤਾਂ ਉੱਥੇ ਕੋਈ ਕਾਟਾ ਮਾਰ ਦਿੰਦਾ, ਜੀ ਉਹਨੂੰ ਬਿਲਕੁਲ ਭੇਜ ਦਿੰਦਾ, ਬੱਚੇ ਦਾ ਮਨ ਟੁੱਟ ਜਾਂਦਾ। ਬਿਲਕੁਲ ਜਦ ਕਿ ਉਹ ਸਾਰੀ ਕਲਾਸ ਦੇ ਨਾਲੋਂ ਇੱਕ ਵੱਖਰਾ ਬੱਚਾ ਸੀ, ਇੱਕ ਵਿਲੱਖਣ ਸੀ। ਜੀ ਇਸੇ ਤਰ੍ਹਾਂ ਮਾਂ-ਬਾਪ ਵੀ ਕਰਦੇ ਆ ਘਰਾਂ ਦੇ ਵਿੱਚ। ਬੱਚਾ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਮਾਂ-ਬਾਪ ਝਿੜਕ ਦਿੰਦੇ ਆ ਕਿ ਨਹੀਂ ਇਹ ਨਹੀਂ ਕਰਨਾ, ਹਟ ਜਾ, ਇਹਨੂੰ ਰਹਿਣ ਦੇ, ਇਹਦਾ ਕੋਈ ਫਾਇਦਾ ਨਹੀਂ। ਉਹਨਾਂ ਮਾਂ-ਬਾਪ ਨੂੰ ਕੀ ਕਹੋਗੇ ਕਿ ਜਿਹੜੇ ਬੱਚੇ ਕੁਝ ਕਰਨਾ ਚਾਹੁੰਦੇ ਆ, ਉਹਨਾਂ ਦੇ ਅੰਦਰ ਕਲਾ, ਜੇਕਰ ਦਬਕੇ ਪੈ ਗਏ, ਝਿੜਕਾਂ ਪੈ ਗਈਆਂ, ਮਾਰ ਪੈ ਗਈ, ਕਲਾ ਤਾਂ ਮਰ ਜੂਗੀ, ਕਲਾ ਮਰ ਜਾਊਗੀ ਜੀ। ਬੱਚਾ ਕਦੀ ਉਭਰ ਹੀ ਨਹੀਂ ਪਾਏਗਾ, ਫਿਰ ਉਹਦੀ ਹਿੰਮਤ ਹੀ ਨਹੀਂ ਹੋਏਗੀ ਕਿ ਮੈਂ ਜੇ ਕੁਝ ਟਰਾਈ ਵੀ ਕਰਾਂ, ਨਵਾਂ ਐਕਸਪੈਰੀਮੈਂਟ ਵੀ ਕਰਾਂ ਤਾਂ ਮੈਨੂੰ ਤੇ ਡਾਂਟ ਹੀ ਪੈ ਜਾਂਦੀ ਹੈ। ਤੇ ਪੇਰੈਂਟਸ ਨੂੰ ਵੀ ਚਾਹੀਦਾ ਆਪਣੀ ਸੋਚ ਸਮਝ ਦੇ ਹਿਸਾਬ ਨਾਲ ਬਦਲਣ, ਕਿਉਂਕਿ ਹੁਣ ਉਹ ਪੇਂਟਿੰਗ ਮਿਊਜ਼ਿਕ ਹੀ ਤਾਂ ਸਿਰਫ ਨਹੀਂ ਨਾ ਰਹਿ ਗਿਆ, ਬੱਚੇ ਦੇ ਬਹੁਤ ਸੋਚ ਵਿਸਤਾਰ ਹੋ ਗਿਆ। ਟੀਵੀ, ਸੋਸ਼ਲ ਮੀਡੀਆ, ਸਾਰੇ ਉਹਨੂੰ ਬੜੇ ਬੜੇ ਆਈਡੀਆਜ਼ ਆਉਂਦੇ ਹੈਗੇ, ਤੇ ਉਹਨਾਂ ਆਈਡੀਆਜ਼ ਨੂੰ ਸਹੀ ਰਸਤਾ ਦੇਣਾ, ਬੱਚੇ ਨੂੰ ਦਿਖਾਣਾ। ਦੇਖੋ ਕਲਾ ਜਿਹੜੀ ਹੁੰਦੀ ਹੈ ਨਾ, ਉਹ ਇਨਬੋਰਨ ਹੁੰਦੀ ਹੈ, ਸਾਡੇ ਅੰਦਰ ਹੁੰਦੀ ਹੈ, ਲੇਕਿਨ ਉਸ ਕਲਾ ਨੂੰ ਕਦੀ-ਕਦੀ ਸਾਨੂੰ ਹੋਰ ਪ੍ਰਫੁੱਲਿਤ ਕਰਨ ਲਈ, ਉਹਨੂੰ ਹੋਰ ਚੰਗਾ ਰੂਪ ਦੇਣ ਲਈ ਗਾਈਡੈਂਸ ਦੀ ਜ਼ਰੂਰਤ ਵੀ ਹੁੰਦੀ ਹੈਗੀ ਹੈ। ਤੇ ਉਹਦੇ ਲਈ ਚਾਹੇ ਈਵਨਿੰਗ ਕਲਾਸਿਸ ਕੋਈ ਹੁੰਦੀਆਂ ਹੈ ਜਾਂ ਸਕੂਲ 'ਚ ਹੁੰਦੀਆਂ ਹੈਗੀਆਂ, ਜਾਂ ਕੋਈ ਹੋਰ ਤਰ੍ਹਾਂ ਦੇ ਜੁਆਇਨ ਕਰਾ ਕੇ ਪੇਰੈਂਟਸ ਉਹ ਬੱਚੇ ਨੂੰ ਅੱਗੇ ਲਿਜਾ ਸਕਦੇ ਨੇ। ਵੈਸੇ ਅੱਜ ਕੱਲ ਦੇ ਪੇਰੈਂਟਸ ਕਾਫੀ ਹੁਣ ਜਾਗਰੂਕ ਹੋ ਰਹੇ ਹੈ, ਬੜੇ ਖੁਸ਼ ਹੁੰਦੇ ਜਦੋਂ ਛੋਟੇ ਬੱਚੇ ਕੁਝ ਪਰਫਾਰਮ ਕਰਦੇ ਜਾਂ ਕੁਝ ਇਨਾਮ ਜਿੱਤ ਕੇ ਲਿਆਉਂਦੇ, ਤੇ ਪੇਰੈਂਟਸ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ। ਬਿਲਕੁਲ ਜੀ, ਔਰ ਕਿਉਂਕਿ ਇਹ ਬੱਚੇ ਸਾਡੇ ਐਸੇ ਨੇ ਕਿ ਜਿਨ੍ਹਾਂ ਦੇ ਉੱਪਰ ਸਾਡੇ ਆਉਣ ਦਾ ਭਵਿੱਖ ਜਿਹੜਾ ਉਹ ਟਿਕਿਆ ਹੁੰਦਾ। ਜੇਕਰ ਇਹ ਬੱਚੇ ਕਲਾਕਾਰ ਹੋਣਗੇ ਔਰ ਚੰਗੀਆਂ ਇਹਨਾਂ ਦੇ ਅੰਦਰ ਭਾਵਨਾਵਾਂ ਹੋਣਗੀਆਂ ਤਾਂ ਸਾਨੂੰ ਵੀ ਚੰਗਾ ਲੱਗੇਗਾ। ਔਰ ਇੱਕ ਕਲਾ ਹੋਰ ਆਪਾਂ ਉਹ ਕਿਤੇ ਭੁੱਲ ਨਾ ਜਾਈਏ, ਜਿਹੜੀ ਇੱਕ ਹਸਤ ਕਲਾ ਆ, ਹੈਂਡੀਕ੍ਰਾਫਟ ਜਿਹਨੂੰ ਆਪਾਂ ਕਹਿੰਦੇ ਆ। ਦੇਖੋ ਕੋਈ ਸਮਾਂ ਹੁੰਦਾ ਸੀਗਾ ਕਿ ਕਿੱਦਾਂ ਸਾਡੇ ਕੋਲ ਫੁਲਕਾਰੀਆਂ, ਪੱਖੀਆਂ, ਸਰਾਣੇ, ਚਾਦਰਾਂ, ਪਰਾਂਦੇ, ਜੁੱਤੀਆਂ, ਖੇਸੀਆਂ, ਕਿੰਨਾ ਕੁਛ ਹੁੰਦਾ ਸੀ ਨਾ। ਉਹ ਕੁੜੀਆਂ ਕੱਢਦੀਆਂ ਹੁੰਦੀਆਂ ਸੀ, ਆਪਣੇ ਹੱਥੀਂ ਬਣਾਉਂਦੀਆਂ ਹੁੰਦੀਆਂ ਸੀਗੀਆਂ, ਤੇ ਉਹ ਵੀ ਤਾਂ ਇਹਨਾਂ ਸਿਰਜਣਾਤਮਕ ਕਲਾਵਾਂ ਦਾ ਹੀ ਹਿੱਸਾ ਹੈ। ਬਿਲਕੁਲ ਜੀ, ਅਸੀਂ ਜਦੋਂ ਪੜ੍ਹਦੇ ਸੀਗੇ ਤੇ ਸਾਨੂੰ ਸਿਲਾਈ, ਕਢਾਈ, ਬੁਣਾਈ ਸਾਰਾ ਕੁਝ ਸਿਖਾਇਆ ਜਾਂਦਾ ਸੀਗਾ ਨਾ। ਇਹ ਹੁਣ ਚੀਜ਼ਾਂ ਅੱਜ ਕੱਲ ਲੱਗਦਾ ਖਤਮ ਹੀ ਹੋ ਰਹੀ ਹੈਗੀਆਂ। ਬੱਚਿਆਂ ਨੂੰ ਸੂਈ ਨਹੀਂ ਪਕੜਨੀ ਨਾ ਆਉਂਦੀ, ਧਾਗਾ ਹੀ ਨਹੀਂ ਪਾਣਾ ਆਉਂਦਾ। ਤੇ ਤੁਸੀਂ ਫੁਲਕਾਰੀ ਦੀ ਗੱਲ ਕੀਤੀ, ਇੰਨੇ ਸੋਹਣੇ ਰੰਗ ਬਿਰੰਗੇ ਧਾਗਿਆਂ ਦੇ ਨਾਲ ਉਹ ਡਿਜ਼ਾਈਨ ਬਣੇ ਹੁੰਦੇ ਨੇ, ਚੁੰਨੀਆਂ ਤੇ, ਸੂਟਾਂ ਤੇ, ਚਾਦਰਾਂ ਤੇ, ਬੜਾ ਸੋਹਣਾ ਲੱਗਦਾ ਹੈ। ਤੇ ਫੁਲਕਾਰੀ ਤੇ ਦੇਖੋ ਜੀ ਸਾਡੇ ਦੇਸ਼ ਚ ਨਹੀਂ, ਬਾਹਰ ਵੀ ਬਹੁਤ ਪ੍ਰਸਿੱਧ ਹੈ, ਪੰਜਾਬ ਦੀ ਪਛਾਣ ਹੈ ਪੰਜਾਬੀ ਜੁੱਤੀ। ਤੇ ਇਦਾਂ ਹੀ ਇਹ ਚੀਜ਼ਾਂ ਤੇ ਜੀ ਹੈਂਡੀਕ੍ਰਾਫਟਸ ਵਿੱਚ ਅਸੀਂ ਰੱਖ ਸਕਦੇ ਹਾਂ। ਹਰ ਪ੍ਰਦੇਸ਼ 'ਚ ਕੋਈ ਨਾ ਕੋਈ ਹੈਂਡੀਕ੍ਰਾਫਟਸ ਦਾ ਉੱਤੇ ਹੁੰਦਾ ਹੀ ਹੈਗਾ, ਪ੍ਰਸਿੱਧ ਹੁੰਦਾ ਕਿਸੇ ਨਾ ਕਿਸੇ ਚੀਜ਼ ਲਈ। ਕਿਧਰੇ ਕੋਈ ਧਾਤ ਦੀ ਮੂਰਤੀਆਂ ਹੈਗੀਆਂ, ਕਿਧਰੇ ਬਰਤਨ ਹੈਗੇ ਨੇ, ਜਾਂ ਕਿਧਰੇ ਕੁਝ ਹੋਰ ਹੈਗੇ, ਕਿਧਰੇ ਟੋਕਰੀਆਂ ਹੀ ਬਣਦੀਆਂ ਹੈਗੀਆਂ ਨੇ, ਕਿਧਰੇ ਜੂਟ ਦਾ ਸਮਾਨ ਬਣਦਾ ਹੈ। ਤੇ ਸਾਡੀ ਸਰਕਾਰ ਨੂੰ, NGOs ਨੂੰ ਚਾਹੀਦਾ ਹੈਗਾ ਕਿ ਅਸੀਂ ਇਸ ਨੂੰ ਪ੍ਰੋਤਸਾਹਿਤ ਕਰੀਏ, ਹੋਰ ਅੱਗੇ ਲਿਆਈਏ। ਹੁਣ ਦੇਖੋ ਦੀਵਾਲੀ ਆਏਗੀ ਜਦੋਂ, ਤੇ ਤਰ੍ਹਾਂ ਦੀਆਂ ਕੀ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਹੈਗੀਆਂ, ਪੂਜਾ ਦੇ ਆਉਂਦੇ ਮੰਡਪ ਬਣੇ ਹੁੰਦੇ, ਕਈ ਕੁਝ ਬਣਿਆ ਹੁੰਦਾ। ਹੁਣੇ ਰੱਖੜੀ ਹੋ ਕੇ ਹਟੀ ਹੈ, ਬਾਜ਼ਾਰ ਤਰ੍ਹਾਂ ਦੀ ਰੱਖੜੀ ਨਾਲ ਭਰੇ ਹੋਏ ਸੀਗੇ। ਉਹ ਜਿਹੜੀ ਪੂਜਾ ਦੀ ਥਾਲੀ ਹੁੰਦੀ ਹੈ, ਉਹਦੇ ਨਵੇਂ ਰੂਪ ਹਨਾ। ਸਕੂਲਾਂ 'ਚ ਕੰਪੀਟੀਸ਼ਨਸ ਹੁੰਦੇ ਹੈ, ਤੇ ਬੱਚੇ ਆਪਣੀ ਜੋ ਵੀ ਕਲਾ ਹੈਗੀ ਹੈ ਉਹ ਅੱਗੇ ਲੈ ਕੇ ਆਉਂਦੇ ਹੈ। ਤੇ ਹੈਂਡੀਕ੍ਰਾਫਟਸ ਦੀ ਅਸੀਂ ਗੱਲ ਕਰ ਰਹੇ ਹਾਂ, ਹਾਂਜੀ, ਇਹਨੂੰ ਪ੍ਰੋਤਸਾਹਨ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਕਲਾਤਮਕਤਾ ਹੈਗੀ ਹੈ, ਬਹੁਤ ਜ਼ਿਆਦਾ ਮਿਹਨਤ ਹੈ ਕਿਸੇ ਕਲਾਕਾਰ ਦੀ। ਤੇ ਸਰਕਾਰ ਨੂੰ ਚਾਹੀਦਾ ਹੈਗਾ, ਵੈਸੇ ਸਕੀਮਸ ਹੁੰਦੀਆਂ ਹੈਗੀਆਂ, ਤੇ NGOs ਵੀ ਅੱਗੇ ਆਣ, ਤੇ ਇਹਦੇ ਨਾਲ ਰੋਜ਼ਗਾਰ ਵੀ ਮਿਲਦਾ ਹੈਗਾ। ਜਿਹੜੀ ਕੁਝ ਦੂਰ ਦਰਾਜ ਦੇ ਇਲਾਕੇ ਹੈਗੇ, ਉੱਥੇ ਦੀ ਲੇਡੀਜ਼, ਮੈਂ ਇੱਕ ਦਿਨ ਇੱਕ ਅਖਬਾਰ 'ਚ ਪੜ੍ਹਦੀ ਪਈ ਸੀਗੀ, ਕੋਈ ਟ੍ਰਾਈਬਲ ਏਰੀਆ ਹੈਗਾ, ਉੱਥੇ ਲੇਡੀਜ਼ ਕੀ ਕਰਦੀਆਂ ਜੀ, ਸਵੇਰੇ ਉੱਠ ਕੇ ਨਾ ਜਿੰਨਾ ਇਹ ਲਿਫਾਫਾ ਹੈ, ਪੋਲੀਥੀਨ ਇਕੱਠਾ ਕਰਦੀਆਂ, ਚਾਹੇ ਦੁਕਾਨਾਂ ਤੋਂ ਹੋ ਜਾਏ, ਚਾਹੇ ਘਰੋਂ ਤੋਂ ਹੋ ਜਾਏ, 60, 70, 80 ਲਿਫਾਫੇ ਇਕੱਠੇ ਕਰਕੇ ਲੈ ਆਏ। ਉਹਨਾਂ ਨੂੰ ਧੋਤਾ ਜਾਂਦਾ ਹੈ, ਸੁਕਾ ਕੇ ਚੰਗੀ ਤਰ੍ਹਾਂ ਪਾ ਕੇ ਜਦੋਂ ਸੁੱਕ ਜਾਂਦੇ, ਉਹਨਾਂ ਦੀ ਕਾਤਰਾਂ ਕੱਟੀਆਂ ਜਾਂਦੀਆਂ, ਉਹਨਾਂ ਤੋਂ ਬੈਗ ਬਣਾਏ ਜਾਂਦੇ ਆ, ਉਹਨਾਂ ਤੋਂ ਮੈਟਸ ਬਣਾਈ ਜਾਂਦੀ ਹੈ, ਜਿਹੜੇ ਫਿਰ ਉਹ ਵੇਚਦੇ ਹੈਗੇ ਤੇ ਆਪਣੀ ਰੋਜ਼ੀ ਰੋਟੀ ਕੱਢਦੇ ਆ। ਦੇਖੋ ਕਿੰਨੀ ਵੱਡੀ ਕਲਾ ਹੈਗੀ, ਬਹੁਤ ਵੱਡੀ ਕਲਾ ਵੇਸਟ ਤੋਂ। ਹੁਣ ਦੇਖੋ ਚੰਡੀਗੜ੍ਹ 'ਚ ਉਹ ਨੇਕ ਚੰਦ ਜੀ ਦਾ ਰੌਕ ਗਾਰਡਨ ਬਣਿਆ ਹੋਇਆ,
ਵੇਸਟ ਮਟੀਰੀਅਲ ਤੋਂ ਬੇਕਾਰ ਜਿਹੜਾ ਸਮਾਨ ਹੈਗਾ ਜੀ। ਕਿੰਨੀ ਜ਼ਬਰਦਸਤ ਸੋਚ ਹੋਏਗੀ ਉਹਨਾਂ ਦੀ ਜੀ। ਤੇ ਕਲਾ ਦਾ ਬਹੁਤ ਵੱਡਾ ਨਮੂਨਾ ਹੈਗਾ ਸਾਡੇ ਸਾਹਮਣੇ ਤੇ ਸਾਡੇ ਦੇਸ਼ ਤੋਂ ਤੇ ਬਾਹਰੋਂ ਵੀ ਆਂਦੇ ਆ ਲੋਕੀ ਉਹਨੂੰ ਦੇਖਣ। ਜਦੋਂ ਸ਼ਲਾਘਾ ਮਿਲਦੀ ਹੈ, ਕਿਸੇ ਚੀਜ਼ ਦੀ ਪ੍ਰਸ਼ੰਸਾ ਹੁੰਦੀ ਹੈ ਤੇ ਲੱਗਦਾ ਹੈ ਕਿ ਸਾਡਾ ਕੰਮ ਕਰਨਾ ਸਾਰਥਕ ਹੋ ਗਿਆ ਬਿਲਕੁਲ ਜੀ। ਔਰ ਇਹ ਸਭ ਤੋਂ ਵਧੀਆ ਤੇ ਖੂਬਸੂਰਤ ਗੱਲ ਹੈ ਇਸ ਵਿੱਚੋਂ ਸਿੱਖਣ ਵਾਲੀ ਹੈ ਕਿ ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ। ਬੇਕਾਰ ਚੀਜ਼ਾਂ ਤੁਸੀਂ ਸਮਝੀਆਂ, ਬਾਹਰ ਸੁੱਟ ਦਿੱਤੀਆਂ ਔਰ ਨੇਕ ਚੰਦ ਜੀ ਨੇ ਚੱਕੀਆਂ, ਚੰਡੀਗੜ੍ਹ ਰੌਕ ਗਾਰਡਨ ਨਾਲ ਸਜਾ ਦਿੱਤਾ ਹੈ। ਔਰ ਇਸੇ ਤਰ੍ਹਾਂ ਹੀ ਮੈਂ ਬਹੁਤ ਸਾਰੀਆਂ ਬੀਬੀਆਂ ਨੂੰ ਜਾਣਦਾ ਕਿ ਜਿਹੜੀਆਂ ਪੁਰਾਣੇ ਕੱਪੜਿਆਂ ਦੀਆਂ ਕਾਂਤਰਾਂ ਕੱਟ ਕੇ ਉਹਦਾ ਬਾਣ ਬਣਾ ਕੇ ਮੰਜੇ ਬੁਣਦੀਆਂ ਔਰ ਉਹ ਮੰਜੇ ਬੜੇ ਸੋਹਣੇ ਲੱਗਦੇ ਆ, ਰੰਗ ਬਰੰਗੇ ਜਿਹੇ ਮੰਜੇ ਹੁੰਦੇ ਆ ਔਰ ਉਹ ਮੰਜੇ ਬੁਣ ਕੇ ਫਿਰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਂਦੀਆਂ। ਗੱਲ ਕੀ ਅਸੀਂ ਚੀਜ਼ਾਂ ਨੂੰ ਬੇਕਾਰ ਸਮਝ ਲੈਂਦੇ ਆ, ਪਰ ਇੱਕ ਖਰਾਬ ਹੋਈ ਘੜੀ ਵੀ ਦਿਨ ਦੇ ਵਿੱਚ 2 ਵਾਰ ਵਕਤ ਸਹੀ ਦੱਸ ਜਾਂਦੀ ਆ। ਇਹ ਕੁਦਰਤ ਦਾ ਸਾਨੂੰ ਸਮਝਣਾ ਪਏਗਾ ਕਿ ਕੋਈ ਵੀ ਚੀਜ਼ ਇੱਥੇ ਬੇਕਾਰ ਨਹੀਂ ਹੈਗੀ ਔਰ ਸਾਨੂੰ ਵੀ ਸਾਰਿਆਂ ਨੂੰ ਪ੍ਰਮਾਤਮਾ ਨੇ ਕੋਈ ਨਾ ਕੋਈ ਕਲਾ ਦੇ ਕੇ ਇਸ ਦੁਨੀਆ ਦੇ ਵਿੱਚ ਤੋਰਿਆ ਹੋਇਆ। ਹੁਣ ਦੇਖੋ, ਜੇਕਰ ਅਸੀਂ ਗੱਲ ਕਰਦੇ ਹਾਂ, ਇਹ ਜਿਹੜੀਆਂ ਕਲਾਵਾਂ ਨੇ ਇਹ ਪ੍ਰਮਾਤਮਾ ਦੀ ਦੇਣ ਕਲਾ ਹੁੰਦੀ ਹੈ। ਸਿਰਜਦੇ ਅਸੀਂ ਆ, ਕਿਸੇ ਇੱਕ ਦੂਸਰੇ ਦੀ ਸਹਾਇਤਾ ਦੇ ਨਾਲ ਕਿਸੇ ਨੂੰ ਹੱਥ ਫੜਾ ਦਿੰਦੇ ਆ, ਕੋਈ ਸਾਡਾ ਹੱਥ ਫੜ ਲੈਂਦਾ ਹੈ। ਜਦੋਂ ਸਾਡਾ ਹੱਥ ਫੜ ਲੈਂਦਾ ਕੋਈ, ਸਾਡੇ ਅੰਦਰਲੀ ਕਲਾ ਸਾਨੂੰ ਪਤਾ ਲੱਗ ਜਾਂਦਾ ਹੈ ਬਿਲਕੁਲ। ਫਿਰ ਉਸ ਵੇਲੇ ਉਹ ਜਿਹੜੀ ਸ਼ਖਸੀਅਤ ਹੈ ਸਾਡਾ ਵਿਅਕਤੀਤਵ ਜਿਹੜਾ ਆ ਉਹ ਨਿਖਰਦਾ ਜਾਂਦਾ। ਇੱਕ ਕਲਾਕਾਰ ਦਾ ਵਿਅਕਤੀਤਵ ਜਿਹੜਾ ਹੈਗਾ ਆ ਉਹ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ, ਕਿਵੇਂ ਦਾ ਉਹ ਹੋ ਜਾਂਦਾ ਹੈ? ਕਲਾਕਾਰ ਦਾ ਵਿਅਕਤੀਤਵ ਕਿੱਦਾਂ ਦਾ ਹੁੰਦਾ ਹੈ? ਜੋਗੀ ਜੀ, ਤੁਸੀਂ ਐਂਕਰਿੰਗ ਕਰ ਰਹੇ ਹੋ ਜੀ। ਐਂਕਰਿੰਗ ਵੀ ਕਲਾ ਹੈ ਜੀ। ਹਰ ਕੋਈ ਨਹੀਂ ਕਰ ਸਕਦਾ ਜੀ ਹੈ ਨਾ ਜੀ। ਕਿੱਦਾਂ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਹੈ, ਕਿੱਥੇ ਬੋਲਣਾ ਹੈ, ਕਿੱਥੇ ਚੁੱਪ ਰਹਿਣਾ ਹੈ, ਕਿੱਦਾਂ ਪ੍ਰਸ਼ਨ ਪੁੱਛਣੇ ਤੇ ਕਿੱਦਾਂ ਉੱਤਰ ਲੈਣੇ ਹੈਗੇ ਆ, ਇਹ ਸਾਰਾ ਇੱਕ ਆਰਟ ਹੈਗਾ। ਤੇ ਜਿਹੜੇ ਕਲਾਕਾਰ ਹੁੰਦੇ ਨੇ ਮੇਰੇ ਹਿਸਾਬ ਨਾਲ ਤੇ ਉਹ ਬੜੇ ਸੰਵੇਦਨਸ਼ੀਲ ਹੁੰਦੇ ਨੇ ਜੀ। ਹਰ ਛੋਟੀ ਵੱਡੀ ਚੀਜ਼, ਜੇ ਕਿਧਰੇ ਕੋਈ ਗਲਤ ਗੱਲ ਹੁੰਦੀ ਹੈ ਤੇ ਉਹਨਾਂ ਦੇ ਹਿਰਦੇ 'ਚ ਪੀੜਾ ਜ਼ਰੂਰ ਹੁੰਦੀ ਹੈ ਕਿ ਮੈਂ ਇਹਨੂੰ ਕਿਸ ਤਰ੍ਹਾਂ ਸੁਧਾਰਾਂ, ਹੈ ਨਾ। ਤੇ ਸੰਵੇਦਨਸ਼ੀਲ ਦੇ ਨਾਲ ਨਾਲ ਉਹ ਉਹਨਾਂ ਦੀ ਦ੍ਰਿਸ਼ਟੀ ਬੜੀ ਪੈਨੀ ਤੇ ਗਹਿਰੀ ਹੁੰਦੀ ਹੈ, ਬੜਾ ਕੁਝ ਆਬਜ਼ਰਵ ਕਰਦੇ ਨੇ ਉਹ ਤੇ ਆਬਜ਼ਰਵ ਕਰਕੇ ਫਿਰ ਆਪਣੀ ਕਲਾ 'ਚ ਉਹਨੂੰ ਉਤਾਰਦੇ ਹੈਗੇ ਨੇ ਜੀ। ਬਾਕੀ ਵਿਚਾਰਾਂ ਦੇ ਤਾਂ ਨਹੀਂ ਹੁੰਦੇ ਆ, ਬਹੁਤ ਵਿਚਾਰ ਆਉਂਦੇ ਰਹਿੰਦੇ। ਹੁਣ ਇਹ ਵੀ ਕਲਾ ਹੈ ਕਿ ਕਿਹੜੇ ਵਿਚਾਰ ਨੂੰ ਛੱਡੀਏ ਤੇ ਕਿਹੜੇ ਨੂੰ ਲਈਏ ਤੇ ਕਿਸ ਤਰ੍ਹਾਂ ਅੱਗੇ ਉਹਨੂੰ ਪੇਸ਼ ਕਰੀਏ ਜੀ। ਤੇ ਇੱਕ ਹੋਰ ਬੜੀ ਮਜ਼ੇਦਾਰ ਦੀ ਗੱਲ ਹੈ ਜੀ, ਉਹ ਆਪਣੀ ਮਸਤੀ 'ਚ ਰਹਿੰਦੇ ਆ। ਅੱਛਾ। ਤੁਸੀਂ ਜ਼ਬਰਦਸਤੀ ਉਹਨਾਂ ਕੋਲੋਂ ਕੁਝ ਨਹੀਂ ਕਰਾ ਸਕਦੇ ਜੀ। ਜੇ ਕਰਾਣਾ ਵੀ ਹੈ ਮੈਂ ਥੋੜੀ ਦੇਰ ਕਰਾ ਸਕਦੇ ਹੋ, ਲੇਕਿਨ ਉਹਨਾਂ ਨੇ ਜੋ ਲਿਖਣਾ ਹੈ, ਜੋ ਕਰਨਾ ਹੈ, ਕੁਝ ਵਜਾਣਾ ਹੈ ਜਾਂ ਜੋ ਕਰਨਾ ਹੈ, ਉਹ ਉਹਨਾਂ ਦੀ ਸੋਚ ਹੈ, ओरिजिनलिटी है, मौलिकता हैगी है ਉਹਨਾਂ 'ਚ। ਇਸ ਕਰਕੇ ਉਹ ਕਲਾਕਾਰ ਨੇ, ਇਸ ਕਰਕੇ ਉਹ ਅਲੱਗ ਨੇ ਕਿਸੇ ਹੋਰ ਕੋਲੋਂ। ਦੇਖੋ, ਅਸੀਂ ਕ੍ਰੀਏਟਿਵ ਆਰਟਸ ਦੀ ਗੱਲ ਕਰ ਰਹੇ ਸੀਗੇ, ਉਹਦੇ 'ਚ ਅਸੀਂ ਗੱਲ ਕੀਤੀ ਸੀ ਕਿ ਸਾਹਿਤ, ਫੋਟੋਗ੍ਰਾਫੀ, ਆਰਕੀਟੈਕਚਰ, ਇਹ ਸਭ ਕ੍ਰੀਏਟਿਵ ਆਰਟਸ ਵਿੱਚ ਹੀ ਆਉਂਦਾ ਹੈ। ਸਾਹਿਤ ਸਾਡੇ ਸਮਾਜ ਦਾ ਦਰਪਣ ਹੈ। ਜਿਹੜਾ ਇੱਕ ਲੇਖਕ ਹੈ ਉਹ ਆਸ-ਪਾਸ ਜੋ ਵੀ ਘਟਦਾ ਹੈ ਜੀ, ਉਹ ਘਟਨਾਵਾਂ ਜਾਂ ਤੁਸੀਂ ਕਹਿ ਲਓ ਜੋ ਸਾਡਾ ਵਰਤਾਰਾ ਵਾਲੇ ਜੋ ਵਰਤਾ ਹੈ, ਹਾਂਜੀ, ਰੀਤੀ ਰਿਵਾਜ ਹੈਗੇ ਹੈ, ਸਾਰਾ ਕੁਝ ਉਹ ਆਪਣੀ ਲੇਖਣੀ ਦੇ ਰਾਹੀਂ ਜੀ ਸਾਡੇ ਸਾਹਮਣੇ ਲਿਆਂਦਾ ਹੈ। ਫਿਰ ਚਾਹੇ ਉਸ ਦਾ ਰੂਪ ਸ਼ਾਰਟ ਸਟੋਰੀਜ਼ ਹੋਏ, ਚਾਹੇ ਨੋਵਲ ਹੋਏ, ਚਾਹੇ ਕੋਈ ਡਰਾਮਾ ਲਿਖਣਾ ਹੋਏ, ਚਾਹੇ ਕੋਈ ਕਵਿਤਾ ਹੋਏ, ਚਾਹੇ ਫਿਲਮ ਲਿਖਣਾ, ਇਹ ਵੀ ਇੱਕ ਆਰਟ ਹੈਗਾ ਜੀ ਜੀ। ਤੇ ਜਦੋਂ ਉਹ ਸਾਰੀ ਚੀਜ਼ਾਂ ਇਹਦੇ 'ਚ ਸ਼ਾਮਿਲ ਕਰਦਾ ਹੈਗਾ ਨਾ, ਤੇ ਉਹਦੇ 'ਚ ਜਿਹੜੀ ਅਨੂਠੀ ਚੀਜ਼ ਹੈ ਉਹ ਸਾਹਮਣੇ ਆ ਜਾਂਦੀ ਹੈਗੀ ਹੈ ਜੀ ਜੀ। ਹੁਣ ਦੇਖੋ, ਪੰਜਾਬ ਦਾ ਉਹ ਚਰਖਾ ਹੀ ਹੈਗਾ, ਲੈ ਲਓ। ਅੱਜ ਕੱਲ ਦੇ ਬੱਚਿਆਂ ਨੂੰ ਸ਼ਾਇਦ ਦੇਖਿਆ ਵੀ ਨਹੀਂ ਹੋਣਾ ਕਿ ਚਰਖਾ ਕੀ ਚੀਜ਼ ਹੁੰਦੀ ਹੈ। ਬਿਲਕੁਲ ਜੀ। ਅੱਛਾ, ਦੇਖੋ, ਇੱਕ ਹੁਣ ਮੇਰੇ ਵੀ ਦਿਮਾਗ ਵਿੱਚ, ਜ਼ਿਹਨ ਦੇ ਵਿੱਚ ਇੱਕ ਸਵਾਲ ਆ ਰਿਹਾ। ਤੁਸੀਂ ਦੇਖ ਲੈ ਕਿ ਸਜਿੰਦੇ ਨਾਲ ਨੇ, ਹਨਾ, ਉਹ ਗਾਇਕੀ ਬੜੀ ਖੂਬਸੂਰਤ ਆ ਔਰ ਲਿਖਣ ਵਾਲੇ ਆ, ਹਨਾ, ਗਾਉਣ ਵਾਲੇ ਆ। ਦੇਖੋ, ਜਿਹੜਾ ਬੰਦਾ ਦੇਖ ਰਿਹਾ ਆ, ਜੇ ਉਹਦੀ ਵੀ ਅੱਖ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਲਾ ਹੋਗੀ, ਪਛਾਣੂਗਾ ਤਾਂ ਹੀ। ਹਾਂਜੀ, ਦੇਖੋ, ਕਲਾ ਨਾ ਸਾਨੂੰ ਇਹ ਜ਼ਰੂਰ ਸਿਖਾਉਂਦੀ ਹੈ ਕਿ ਅਸੀਂ ਆਪਣੇ ਲਈ ਪ੍ਰਸ਼ੰਸਾ ਬਟੋਰੀਏ ਤੇ ਦੂਜੇ ਕਲਾਕਾਰ ਦੀ ਵੀ ਮਿਹਨਤ ਤੇ ਉਹਦੀ ਕਲਾ ਨੂੰ ਐਪਰੀਸ਼ੀਏਟ ਕਰੀਏ, ਹੱਲਾਸ਼ੇਰੀ ਦਈਏ। ਹਾਂ, ਜ਼ਰੂਰ ਹੱਲਾਸ਼ੇਰੀ ਦੇਣੀ ਚਾਹੀਦੀ ਹੈਗੀ ਹੈ, ਕਿਉਂਕਿ ਹਰ ਕਲਾ ਸਨਮਾਨਯੋਗ ਹੈ, ਹਰ ਕਲਾਕਾਰ ਸਨਮਾਨਯੋਗ ਹੈ ਜੀ। ਔਰ ਇਹ ਜਿਹੜੀ ਹੱਲਾਸ਼ੇਰੀ ਆ,
ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀ ਐਪਰੀਸੀਏਸ਼ਨ ਹੈ ਕਿਸੇ ਨੂੰ ਅਸੀਂ ਦਿੰਦੇ ਆ, ਕਿਸੇ ਦੀ ਪਿੱਠ ਥਾਪੜਦੇ ਆ, ਬਹੁਤ ਵਧੀਆ, ਸ਼ਾਬਾਸ਼, ਇਹ ਕਿੰਨੀ ਕੁ ਜ਼ਰੂਰੀ ਹੈ ਕਿਸੇ ਕਲਾਕਾਰ ਦੇ ਵਾਸਤੇ? ਇਹ ਕਲਾਕਾਰ ਲਈ ਵੀ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਹਰ ਇਨਸਾਨ ਲਈ ਜ਼ਰੂਰੀ ਹੈ। ਤੁਸੀਂ ਦੇਖੋ ਸਾਡੇ ਘਰਾਂ 'ਚ ਜਿਹੜੀ ਲੇਡੀਜ਼ ਹੈਗੀਆਂ ਹੈ ਸਾਰਾ ਦਿਨ ਕੰਮ ਕਰਦੀਆਂ ਜੀ, ਹੈ ਨਾ, ਤੇ ਜਦੋਂ ਖਾਣਾ ਬਣਾਉਂਦੀਆਂ, ਘਰ ਸਵਾਰਦੀਆਂ, ਬੱਚੇ ਸੰਭਾਲਦੀਆਂ, ਤੇ ਜਦੋਂ ਆ ਕੇ ਕੋਈ ਕਹਿ ਦੇ ਕਿ ਅੱਜ ਖਾਣਾ ਬਹੁਤ ਸੋਹਣਾ ਬਣਿਆ ਸੀ, ਜਾਂ ਅੱਜ ਚੱਦਰ ਕਿੱਡੀ ਸੋਹਣੀ ਲੱਗਦੀ ਪਈ ਹੈਗੀ ਹੈ, ਅੱਜ ਰਸੋਈ ਬੜੀ ਸਾਫ਼ ਸੁਥਰੀ ਹੈਗੀ ਹੈ, ਤੇ ਉਹਨਾਂ ਦਾ ਮਨ ਹੋਰ ਹੋ ਜਾਂਦਾ ਹੈ। ਜੀ, ਜਿਹੜਾ ਕੋਈ ਦਿਨ ਭਰ ਦਾ ਤਣਾਅ ਹੁੰਦਾ ਹੈ, ਕੁਝ ਹੁੰਦਾ, ਸਾਰਾ ਨਿਕਲ ਜਾਂਦਾ ਹੈ। ਜੀ। ਇੰਗਲਿਸ਼ 'ਚ ਕਹਿੰਦੇ ਨੇ ਐਪਰੀਸੀਏਸ਼ਨ ਇਜ਼ ਅ ਡਿਵਾਈਨ ਕੁਆਲਿਟੀ। ਹਰ ਕੋਈ ਨਹੀਂ ਕਰ ਸਕਦਾ। ਨੁਕਸ ਬੜੀ ਜਲਦੀ ਕੱਢ ਲਈਦੇ, ਬੜੀ ਜਲਦੀ ਨੁਕਸ ਕੱਢਦੇ ਆ, ਉਹ ਇਦਾਂ ਦਾ ਇਦਾਂ ਦਾ ਇਦਾਂ ਦਾ, ਲੇਕਿਨ ਪਤਾ ਨਹੀਂ ਪ੍ਰਸ਼ੰਸਾ ਕਰਦੇ ਟਾਈਮ, ਉਹਨੂੰ ਕੁਝ ਚੰਗਾ ਕਹਿੰਦੇ ਟਾਈਮ ਉੱਥੇ ਕੰਜੂਸੀ ਕਿਉਂ ਇਨਸਾਨ ਕਰ ਜਾਂਦਾ, ਇਹ ਕਦੀ ਮੈਨੂੰ ਸਮਝ ਨਹੀਂ ਆਉਂਦਾ। ਵੱਡਾ ਕਰ ਲਵੇ, ਕੰਜੂਸੀ ਇੱਥੇ ਨਾ ਕਰੇ। ਹਾਂ, ਤੇ ਕਲਾਕਾਰ ਲਈ ਤੇ ਪ੍ਰੋਤਸਾਹਨ ਹੁੰਦਾ ਹੈ ਜੀ, ਉਹ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਿਤ ਹੁੰਦਾ ਹੈਗਾ। ਹੁਣ ਬਹੁਤ ਅੱਛਾ ਗੀਤ ਸੀਗਾ ਸਾਡੇ ਜੀ, ਬੜੇ ਵੱਡੇ ਵੱਡੇ ਕਲਾਕਾਰ ਹੈਗੇ ਨੇ, ਗਾਇਕ ਹੈਗੇ ਨੇ, ਹੁਣ ਨਾਂ ਲੈਣਾ ਸ਼ੁਰੂ ਕਰੀਏ ਤਾਂ ਫਿਰ ਲਿਸਟ ਬੜੀ ਲੰਬੀ ਹੈਗੀ ਹੈ, ਲੇਕਿਨ ਬਹੁਤ ਅੱਛਾ ਲੱਗਦਾ ਹੈ ਕਿਸੇ ਦੇ ਵੀ ਕਲਾ ਦਾ ਕੋਈ ਨਮੂਨਾ ਸਾਹਮਣੇ ਆਉਂਦਾ ਹੈ ਤੇ ਦੇਖ ਕੇ ਉਹਦੀ ਸੋਚ। ਮੈਨੂੰ ਲੱਗਦਾ ਹਰ ਕਲਾ ਦੇ ਪਿੱਛੇ ਕੋਈ ਕਹਾਣੀ ਹੁੰਦੀ, ਜਾਂ ਹਰ ਕਲਾ ਕੋਈ ਕਹਾਣੀ ਕਹਿੰਦੀ ਹੈ। ਅੱਛਾ ਜੀ, ਹਾਂਜੀ, ਦੇਖੋ ਕਹਾਣੀ ਵੀ ਆਪਣੇ ਆਪ ਦੇ ਵਿੱਚ ਕਲਾ, ਔਰ ਕਿਸੇ ਨੇ ਕਹਿਣੀ ਹੈ ਉਹ ਵੀ ਕਲਾ, ਉਹ ਵੀ ਕਲਾ ਹੈ। ਹਾਂਜੀ, ਜਿਵੇਂ ਹਰ ਇੱਕ ਗੀਤ ਵਿੱਚ ਕਹਾਣੀ ਹੈ, ਹਰ ਇੱਕ ਕਵਿਤਾ ਵਿੱਚ ਕਹਾਣੀ ਹੈ, ਹਰ ਇੱਕ ਚੀਜ਼ ਦੇ ਵਿੱਚ ਕਹਾਣੀ ਹੈ, ਪਰ ਚੱਕਰ ਇਹ ਹੈ ਕਿ ਉਹ ਕਹਾਣੀ ਲੱਭਣ ਵਾਲਾ ਵੀ ਤਾਂ ਚਾਹੀਦਾ। ਬਿਲਕੁਲ ਜੀ, ਕੱਲਾ ਲੇਖਕ ਹੀ ਕੀ ਕਰੇਗਾ ਜੇ ਕੋਈ ਪੜਨ ਵਾਲਾ ਨਹੀਂ ਹੋਏਗਾ? ਕੱਲਾ ਰਾਜਾ ਕੀ ਕਰ ਸਕਦਾ ਜੇ ਪ੍ਰਜਾ ਨਹੀਂ ਹੋਏਗੀ? ਕੱਲਾ ਗਾਇਕ ਕੀ ਕਰੇਗਾ, ਹੈ ਨਾ, ਜੇ ਸੁਣਨ ਵਾਲਾ ਨਹੀਂ। ਤੇ ਮੈਨੂੰ ਲੱਗਦਾ ਜਿਹੜੀ ਵੀ ਸਾਨੂੰ ਕਲਾ ਦਿੱਤੀ ਗਈ ਹੁੰਦੀ ਹੈ ਰੱਬ ਵੱਲੋਂ, ਉਹਨੂੰ ਅਸੀਂ ਦੂਜਿਆਂ ਲਈ ਯੂਜ਼ ਕਰੀਏ ਜੀ, ਤੇ ਸਮਾਜ ਵਿੱਚ ਜ਼ਰੂਰ ਕੋਈ ਚੰਗਾ ਸੰਦੇਸ਼ ਆਪਣੀ ਕਲਾ ਨਾਲ ਅਸੀਂ ਜ਼ਰੂਰ ਦਈਏ ਜੀ। ਅਸੀਂ ਗੱਲਾਂ ਕਰ ਰਹੇ ਸੀਗੇ ਸਾਡੇ ਸੱਭਿਆਚਾਰ ਦੇ ਨਾਲ ਜੁੜੇ ਹੋਏ, ਸਾਡੇ ਘਰੇਲੂ ਜ਼ਿੰਦਗੀ ਦੇ ਨਾਲ ਜੁੜੇ ਹੋਏ, ਔਰ ਖਾਸ ਤੌਰ ਤੇ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਨੇੜੇ ਜੁੜੇ ਹੋਏ ਚਰਖੇ ਦੀਆਂ, ਜਿਹਦੇ ਵਿੱਚ ਸਾਡੀਆਂ ਬੀਬੀਆਂ ਨੂੰ, ਮੈਂ ਆਪ ਆਪਣੀ ਮਾਂ ਨੂੰ ਵੀ ਚਰਖਾ ਕੱਤਦੀ ਨੂੰ ਦੇਖਦਾ ਰਿਹਾ ਆ, ਚਰਖਾ ਹੋਇਆ, ਮਧਾਣੀ ਹੋਈ, ਇਹ ਚੀਜ਼ਾਂ ਅੱਜ ਤਾਂ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀਆਂ। ਤੁਹਾਨੂੰ ਕੀ ਲੱਗਦਾ? ਗੀਤਾਂ 'ਚ ਹਾਲੀ ਵੀ ਜ਼ਿੰਦਾ ਨੇ, ਕਹਾਣੀਆਂ 'ਚ ਜ਼ਿੰਦਾ ਨੇ। ਉਹ ਗਾਣਾ ਚਰਖਾ ਚੰਨਣ ਦਾ, ਮੈਂ ਕੱਤਾ ਪੀਤਾ ਨਾਲ ਚਰਖਾ ਚੰਨਣ ਦਾ, ਬੜਾ ਸੋਹਣਾ, ਅੱਜ ਤੱਕ ਵੀ ਐਵਰਗ੍ਰੀਨ ਹੈ ਜੀ ਇਦਾਂ ਦੇ ਗਾਣੇ। ਤੇ ਇਹਨਾਂ ਨੂੰ ਸੁਣ ਕੇ ਜਾਂ ਇਹਨਾਂ ਬਾਰੇ ਪੜ੍ਹ ਕੇ ਜਾਂ ਕਿਧਰੇ ਦੇਖ ਕੇ ਫਿਲਮਾਂ 'ਚ, ਨਾਟਕਾਂ 'ਚ, ਤੇ ਸਾਨੂੰ ਸਾਡੀ ਸੰਸਕ੍ਰਿਤੀ ਬਾਰੇ ਪਤਾ ਚੱਲਦਾ ਹੈਗਾ। ਤੇ ਸਲਾਮ ਹੈ ਜੀ ਏਦਾਂ ਦੇ ਕਲਾਕਾਰਾਂ ਨੂੰ ਜਿਹੜੇ ਸਾਰੇ ਪਿੱਛੇ ਤੋਂ ਲੈ ਕੇ ਚੀਜ਼ਾਂ ਨੂੰ ਹੁਣ ਤੱਕ ਉਹਨਾਂ ਨੇ ਜ਼ਿੰਦਾ ਰੱਖਿਆ ਹੋਇਆ। ਸਾਡਾ ਸਾਹਿਤ ਹੈ ਵੀ ਕੀ, ਬਿਲਕੁਲ ਇਹੀ ਕੁਝ ਤੇ ਹੈਗਾ ਹੈ। ਸਾਨੂੰ ਵੀ ਤੇ ਪਿੱਛੋਂ ਬੜਾ ਕੁਝ ਮਿਲਿਆ ਹੈਗਾ ਕਲਾ ਦੇ ਦੁਆਰਾ ਹੀ। ਹੁਣ ਤੁਸੀਂ ਦੇਖੋ ਸ਼ਿਲਪ ਕਲਾ ਲੈ ਲਓ, ਸਿੰਧੂ ਘਾਟੀ ਦੀ ਸਭਿਅਤਾ ਚ ਜਦੋਂ ਖੁਦਾਈ ਹੋਈ, ਉੱਥੋਂ ਕਿੰਨੇ ਸਟੈਚੂਜ਼, ਮੂਰਤੀਆਂ ਮਿਲੀਆਂ, ਖਿਡੌਣੇ ਮਿਲੇ, ਮੋਹਰਾਂ ਮਿਲੀਆਂ, ਤੇ ਉਹਨਾਂ ਤੋਂ ਸਭ ਚੀਜ਼ਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਸ ਵਕਤ ਦਾ ਜੀਵਨ ਕਿੱਦਾਂ ਦਾ ਸੀਗਾ, ਉਹ ਕਿੱਦਾਂ ਦਾ ਪਹਿਰਾਵਾ ਸੀ। ਜਾਨਵਰਾਂ ਦੀਆਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਜਾਨਵਰ ਸੀਗੇ, ਹਨਾ, ਉਹਨਾਂ ਦੀਆਂ ਮੂਰਤੀਆਂ ਮਿਲੀਆਂ। ਤੇ ਜਿਹੜਾ ਇਹ ਆਰਟ ਹੈਗਾ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈਗਾ ਤੇ ਇਤਿਹਾਸ ਹੀ ਪੁਰਾਤਨਤਾ ਨੂੰ ਜ਼ਿੰਦਾ ਰੱਖਦਾ ਹੈਗਾ। ਇਹ ਜੀ ਮੂਰਤੀ ਕਲਾ ਤੋਂ ਇਲਾਵਾ ਸਾਡਾ ਆਰਕੀਟੈਕਚਰ ਹੈਗਾ, ਜਿਹੜੀ ਬਿਲਡਿੰਗਸ ਬਣਦੀਆਂ ਹੈਗੀਆਂ, ਤਦ ਬਣੀਆਂ ਇਮਾਰਤਾਂ, ਮੰਦਿਰ ਬਣੇ ਐਡੇ ਵੱਡੇ ਵੱਡੇ, ਤੇ ਉਹ ਸਾਰਿਆਂ ਤੋਂ ਸਾਨੂੰ ਉਹ ਵੀ ਆਰਟ ਹੈਗਾ ਜੀ। ਕਿਉਂਕਿ ਕੁਝ ਵੀ ਬਣਾਉਣ ਵਕਤ ਬੰਦਾ ਬਹੁਤ ਸੋਚਦਾ ਹੈ, ਜਿਹੜਾ ਡਿਜ਼ਾਈਨ ਕਰਦਾ ਐਵੇਂ ਨਹੀਂ ਕੋਈ ਚਾਰ ਦੀਵਾਰਾਂ ਖੜੀਆਂ ਕਰ ਦਿੰਦਾ। ਬਿਲਕੁਲ ਜੀ। ਔਰ ਤੁਸੀਂ ਵੀ ਬਹੁਤ ਸਾਰਾ ਲਿਖਿਆ, ਬਹੁਤ ਕੁਝ ਲਿਖਿਆ। ਅਸੀਂ ਚਾਹਾਂਗੇ ਕਿਉਂਕਿ ਤੁਸੀਂ ਕਵਿਤਾ ਲਿਖਦੇ ਹੋ, ਕੋਈ 2-4 ਲਾਈਨਾਂ ਸਾਡੇ ਵਾਸਤੇ, ਸਾਡੇ ਦਰਸ਼ਕਾਂ ਦੇ ਵਾਸਤੇ ਸਾਂਝੀਆਂ ਕਰਨੀਆਂ ਚਾਹੋ? ਹਿੰਦੀ ਚ ਚੱਲੇਗਾ? ਜ਼ਰੂਰ ਜੀ, ਜ਼ਰੂਰ। ਇਹ ਮੈਂ ਲੈ ਕੇ ਆਈ ਸੀ ਜੀ। हाँ जी, एक कविता का शीर्षक है जी, पिता वो शख्स। माँ का तो गुणगान अक्सर हम करते हैं, आज तहे दिल से पिता को भी नमन हम करते हैं। पिता वो शख्स जो लफ्जों से कम और आंखों से अधिक बोलते हैं,
कोई गुत्थी अगर उलझ जाए तो अंत में वही उसे खोलते हैं। वाह। बरसों पहले जब माँ ने जन्म दिया था हमें, बधाइयां तो पिता ने ही बांटी होंगी। माँ अगर गीले बिस्तर पर सोई तो अध सोई रातें उन्होंने भी काटी होंगी। वाह। हमारे आराम और भविष्य की चिंता माँ के साथ साथ पिता ने भी बांटी होगी। अपने प्रेम की छाया देख कई धूपें उन्होंने भी छांटी होंगी। क्या बात। मेरे पहले चमकते दांत से लेकर पहले कदम को देखकर ना जाने वो कितना ही मुस्कुराए होंगे। ढेरों तोहफे मुझे देकर मेरे जन्मदिन भी खूब मनाए होंगे। माँ के साथ साथ उनके संघर्ष की कहानी भी बहुत लंबी है जी। वो है जीवन में तो किंचित भी नहीं मुझे कमी है। वाह, बहुत अच्छा। और ये देखो गल तुसी आम तौर ते लोग कहते कि मामा ठंडियां छावां ते हर कोई कहता है, पर प्यो भी बच्चों लिए दुखड़े सहंदा है। ये बाप की जो शख्सियत आ, ये भी एक कला आ कि हर एक चीज़ नूं किस तरीके दे नाल तुसी उहनूं परोना अपने अखरां दे विच। और अज तुहाडीआं गल्लां बातां गल्लां ते गीत विच लोकां ने सुणीआं और बहुत सारे दे दिल दे विच लगियां होणगियां और तीर निशाने ते लगेगा। सिरजनात्मक कलामां दे नाल असीं जुड़ांगे, बहुत कुछ अगे करांगे। तुसीं साडे नाल गल्लां ते गीत विच शामिल होए, बहुत सारी गल्लां बातां कीतियां। तुहाडा बहुत बहुत धन्नवाद जी। धन्यवाद। शुक्रिया जी।